ਵਿਜੀਲੈਂਸ ਕਹਿੰਦੀ ਜੀ ਸਾਡੀ ਜਾਂਚ ਦੇ ਵਿੱਚ ਮੁੱਢਲੀ ਜਾਂਚ ਦੇ ਵਿੱਚ ਇਹ ਤੱਥ ਸਾਹਮਣੇ ਆ ਰਹੇ ਨੇ ਕਿ ਇਹ ਨਸ਼ਾ ਤਸਕਰਾਂ ਨੂੰ ਫੜਦੇ ਵੀ ਸੀ ਜੀ ਤੇ ਫਿਰ ਛਡਾਉਣ 'ਚ ਬਚਾਉਣ 'ਚ ਭੂਮਿਕਾ ਵੀ ਨਿਭਾਉਂਦੇ ਸੀ। ਪਰ ਉਹ ਰਾਜਜੀਤ ਦੇ ਪ੍ਰਭਾਵ ਕਰਕੇ ਕੋਈ ਬੋਲਦਾ ਨਹੀਂ ਸੀ, ਕੁਸਕਦਾ ਨਹੀਂ ਸੀ ਤੇ ਉਹ NDPS ਦੇ ਪਰਚੇ ਕੱਢ ਦਿੰਦਾ ਸੀ। ਤੇ ਇਹਦਾ ਨਵਾਂ ਰਾਹ ਖੁੱਲ੍ਹ ਗਿਆ। ਕਹਿੰਦੇ ਕਿ ਪੰਜਾਬ ਸਰਕਾਰ ਸਖਤ ਹੁੰਦੀ ਕਿ ਨਹੀਂ ਤੁਹਾਡੇ ਨਿਯਮ ਨਹੀਂ ਅਸੀਂ ਮੰਨਣੇ, ਤੁਹਾਨੂੰ ਪੂਰੀ ਅਦਾਇਗੀ ਕਰਨੀ ਪਊਗੀ, ਕੇਂਦਰ ਦੇ ਖਿਲਾਫ ਡਟਦੇ। ਏਜੰਡਾ ਤੁਹਾਡਾ ਇੱਕੋ ਹੈ, ਰੋਸਾ ਇੱਕੋ ਧਿਰ ਦੇ ਖਿਲਾਫ, ਚਾਹੇ ਉਹ ਕੇਂਦਰ ਹੈ ਚਾਹੇ ਸੂਬਾ ਹੈ ਜੀ। ਤੇ ਫਿਰ ਤੁਸੀਂ ਇਕੱਠੇ ਕਿਉਂ ਨਹੀਂ? ਜੇਕਰ ਸਰਕਾਰ ਦਿੱਲੀ ਗਈ, ਹੁਣੇ ਚਰਚਾ ਚੱਲੀ ਜਾਂਦੀ ਹੈ ਕਿ ਭਾਈ ਮਾੜਾ ਜਿਹਾ ਪਤਾ ਹੀ ਕਰਾ ਲਓ ਕਿ ਦਿੱਲੀ ਇਹ ਫਿਰ ਪਾਰਟੀ ਦੇ ਖਰਚੇ ਤੇ ਗਏ ਸੀ ਕਿ ਸਰਕਾਰੀ ਖਰਚੇ ਤੇ ਗਏ ਸੀ। ਇਹ ਵੀ ਚਰਚਾ ਪੰਜਾਬ ਚੱਲੀ ਜਾਂਦੀ ਹੈ। ਤੁਸੀਂ ਅੱਜ ਦਿੱਲੀ ਫੁੱਟਪਾਥ ਤੇ ਬੈਠੇ ਹੋ, ਦੂਏ ਦਿਨ ਤੁਹਾਨੂੰ ਫਿਕਰ ਹੈਗੀ ਰਿੰਕੂ ਦੀ ਕਿ ਅਸੀਂ ਆਪਣੇ ਉਮੀਦਵਾਰ ਦੇ ਕਾਗਜ਼ ਭਰਾਉਣੇ ਆ, ਤੀਏ ਦਿਨ ਤੁਸੀਂ ਕਰਨਾਟਕਾ ਜਾਂਦੇ ਹੋ। ਮਤਲਬ ਮੁੱਖ ਮੰਤਰੀ ਦਾ ਇਹ ਕੰਮ ਹੈ ਕਿ ਕਰਨਾਟਕਾ 'ਚ ਜੇ ਪਾਰਟੀ ਚੋਣ ਲੜੀ ਉਹ ਇਕੱਲੇ ਦੇ ਕਾਗਜ਼ ਦਾਖਲ ਕਰਾਵੇ ਤੇ ਹਰੇਕ ਦੀ ਜੀਪ 'ਚ ਚੜ੍ਹ ਜਾਵੇ, ਹਰੇਕ ਦੇ ਟੈਂਪੂ ਤੇ ਚੜ੍ਹ ਜਾਵੇ। ਤੁਹਾਡੇ ਤੋਂ ਵੱਖਰੇ ਤਰ੍ਹਾਂ ਦੇ ਮਤਲਬ ਵਰਤਾਰੇ ਦੀ, ਕੰਮਕਾਰ ਦੇ ਤਰੀਕੇ ਦੀ ਉਮੀਦ ਕੀਤੀ ਸੀ। ਜੇਕਰ ਉਸ ਅਨੁਸਾਰ ਨਹੀਂ ਚੱਲੋਗੇ ਤਾਂ ਫਿਰ ਸਵਾਲ ਤਾਂ ਹੋਣਗੇ ਕਿ ਕੀ ਸਰਕਾਰ ਸਹਿਰਾਂ ਤੇ ਹੈ। ਸਤਿ ਸ਼੍ਰੀ ਅਕਾਲ। ਗਲੋਬਲ ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਜਤਿੰਦਰ ਕੌਰ। ਡਿਸਕਸ਼ਨ ਪੁਆਇੰਟ ਪ੍ਰੋਗਰਾਮ ਦੇ ਵਿੱਚ ਅਕਸਰ ਵੱਡੀਆਂ ਖਬਰਾਂ ਤੇ ਚਰਚਾ ਕੀਤੀ ਜਾਂਦੀ ਹੈ। ਉਹ ਵੱਡੀਆਂ ਖਬਰਾਂ ਚਾਹੇ ਪੰਜਾਬ ਦੇ ਨਾਲ ਸੰਬੰਧਿਤ ਹੋਣ ਜਾਂ ਫਿਰ ਦੇਸ਼ਾਂ ਵਿਦੇਸ਼ਾਂ ਦੇ ਨਾਲ ਸੰਬੰਧਿਤ ਹੋਣ। ਇਹਨਾਂ ਖਬਰਾਂ ਤੇ ਚਰਚਾ ਕਰਨ ਦੇ ਲਈ ਹਰ ਵਾਰ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸਭ ਤੋਂ ਪਹਿਲਾਂ ਪ੍ਰੋਗਰਾਮ ਡਿਸਕਸ਼ਨ ਪੁਆਇੰਟ ਵਿੱਚ ਉਹਨਾਂ ਦਾ ਸਵਾਗਤ ਕਰਦੇ ਹਾਂ। ਸਵਾਗਤ ਹੈ ਸਰ ਤੁਹਾਡਾ ਪ੍ਰੋਗਰਾਮ ਡਿਸਕਸ਼ਨ ਪੁਆਇੰਟ। ਸ਼ੁਕਰੀਆ ਜਤਿੰਦਰ ਜੀ। ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੀਪਕ ਜੀ, ਡਿਸਕਸ਼ਨ ਪੁਆਇੰਟ ਪ੍ਰੋਗਰਾਮ ਦੇ ਵਿੱਚ ਕੱਲ੍ਹ ਵੀ ਆਪਾਂ ਇਸੇ ਖਬਰ ਦੀ ਚਰਚਾ ਕੀਤੀ ਸੀ ਕਿ ਜੋ ਡਰੱਗ ਰਿਪੋਰਟ ਜੋ ਖੋਲੀਆਂ ਗਈਆਂ ਨੇ ਉਸ ਆਧਾਰ ਤੇ ਵੱਡੀ ਕਾਰਵਾਈ ਕੀਤੀ ਗਈ ਹੈ। ਰਾਜਜੀਤ ਸਿੰਘ ਨੂੰ ਬਰਖਾਸਤ ਕਰ ਦਿੱਤਾ ਗਿਆ ਤੇ ਹੁਣ ਵਿਜੀਲੈਂਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਆਮਦਨ ਤੋਂ ਵੱਧ ਸਰੋਤਾਂ ਦਾ ਇਹ ਮਾਮਲਾ ਹੈ ਤੇ ਹੁਣ ਵਿਜੀਲੈਂਸ ਦੀ ਜਾਂਚ ਦੇ ਵਿੱਚ ਇਹ ਵੀ ਸਾਹਮਣੇ ਆਇਆ ਰਾਜਜੀਤ ਤੇ ਇਹ ਇਲਜ਼ਾਮ ਲੱਗੇ ਨੇ ਕਿ ਉਹ ਜਿਹੜੇ ਸੈਂਪਲ ਸੀਗੇ ਉਹਨਾਂ ਨੂੰ ਫੇਲ ਕਰਾ ਕੇ ਜਿਹੜੇ ਚਿੱਟੇ ਦੇ ਤਸਕਰ ਸੀ ਉਹਨਾਂ ਨੂੰ ਬਚਾਉਣ ਦੇ ਵੀ ਦੋਸ਼ ਲੱਗੇ ਨੇ। ਕਿਵੇਂ ਵੇਖਦੇ ਹੋ? ਬਿਲਕੁਲ, ਹਾਈ ਕੋਰਟ ਵੱਲੋਂ ਜਿਹੜੇ ਉਹ 3 ਸੀਲਬੰਦ ਲਿਫਾਫੇ ਸੀ ਉਹ ਖੋਲ੍ਹੇ ਗਏ ਤੇ ਉਹਦੇ ਆਧਾਰ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਇਹ ਹੁਕਮ ਜਾਰੀ ਕੀਤੇ ਕਿ ਅਸੀਂ ਉਹਨੂੰ ਬਰਖਾਸਤ ਕਰਦੇ ਹਾਂ ਔਰ ਉਹਦੇ ਖਿਲਾਫ ਵਿਜੀਲੈਂਸ ਨੂੰ ਇਨਕੁਆਇਰੀ ਦੇ ਹੁਕਮ ਦਿੰਦੇ ਹਾਂ ਤੇ ਉਹਦੇ ਤਹਿਤ ਜਾਂਚ ਪੜਤਾਲ ਸ਼ੁਰੂ ਹੋ ਗਈ। ਸੋ ਉਸੇ ਤਹਿਤ ਹੋਇਆ ਕਿ ਬਕਾਇਦਾ ਤੌਰ ਤੇ LOC ਜਾਰੀ ਕਰ ਦਿੱਤੀ ਗਈ ਕਿ ਤਾਂ ਕਿ ਰਾਜਜੀਤ ਹੋਰੀ ਵਿਦੇਸ਼ ਨਾ ਭੱਜ ਸਕਣ। ਜੀ, ਬਕਾਇਦਾ ਤੌਰ ਦੇ ਉੱਤੇ ਵਿਜੀਲੈਂਸ ਦੇ ਨਾਲ ਜਿਹੜਾ ਸਾਡਾ ਇਨਕਮ ਟੈਕਸ ਵਿਭਾਗ ਹੈ ਉਹਦੀਆਂ ਦਿਸ਼ਾ ਨਿਰਦੇਸ਼ਾਂ ਨਾਲ ਜਾਂ ਉਹਦੀ ਟੀਮ ਨੂੰ ਨਾਲ ਲੈ ਕੇ 3 ਕਮੇਟੀਆਂ ਬਣਾਈਆਂ ਗਈਆਂ ਨੇ ਵਿਜੀਲੈਂਸ ਦੀਆਂ ਤੇ ਚੌਥੀ ਇਹ ਹੁਣ ਨਾਲ ਜਿਹੜਾ ਸਾਡਾ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਇਨਕਮ ਟੈਕਸ ਵਿਭਾਗ ਉਹਦੀ ਟੀਮ ਨੂੰ ਲੈ ਕੇ ਜਾਂਚ ਪੜਤਾਲ ਜਾਇਦਾਦ ਦੀ ਮੰਨਿਆ ਜਾ ਰਿਹਾ ਕਿ ਚਾਹੇ ਉਹ ਰਾਜਜੀਤ ਨੇ ਚਾਹੇ ਉਹਨਾਂ ਦੇ ਨਾਲ ਇੰਦਰਜੀਤ ਹੋਰੀ ਉਹ ਜਿਹੜੇ ਇੰਸਪੈਕਟਰ ਸੀ ਜਿੱਥੇ ਜਿੱਥੇ ਜਾਂਦੇ ਸੀ ਕਹਿੰਦੇ ਉਹਨੂੰ ਨਾਲ ਲੈ ਜਾਂਦੇ ਸੀ। ਉਹਨਾਂ ਦੀ ਜਾਇਦਾਦ ਕਹਿੰਦੇ ਖਾਸ ਕਰ ਤਰਨਤਾਰਨ ਖੇਤਰ ਦੇ ਵਿੱਚ ਹੁਸ਼ਿਆਰਪੁਰ ਖੇਤਰ 'ਚ ਖਾਸੀ ਹੈ। ਪਰ ਰਾਜਜੀਤ ਹੋਰਾਂ ਦੀ ਕਹਿੰਦੇ ਜੀ ਲੁਧਿਆਣੇ 'ਚ ਵੀ ਹੈ, ਜਲੰਧਰ 'ਚ ਵੀ ਹੈ, ਮੋਹਾਲੀ 'ਚ ਵੀ ਹੈ, ਪਟਿਆਲੇ 'ਚ ਵੀ ਹੈ, ਹੋਰ ਥਾਵਾਂ 'ਤੇ ਵੀ ਹੈ। ਉਹ ਵੀ ਅਸੀਂ ਪੂਰੀ ਲਿਸਟ ਤਿਆਰ ਕਰ ਰਹੇ ਹਾਂ ਕਿ 2011 ਤੋਂ ਲੈ ਕੇ 2022 ਦੇ ਦਰਮਿਆਨ ਉਹਨਾਂ ਦੀ ਜਿੰਨੀ ਇਨਕਮ ਹੈ ਉਹਦੇ ਮੁਕਾਬਲੇ ਇੰਨੇ ਗੁਣਾ ਜਾਇਦਾਦ ਕਿਵੇਂ ਵੱਧ ਗਈ। ਸੋ ਇਸ ਲਈ ਇਹਦੀ ਵੀ ਜਾਂਚ ਹੋਣੀ ਆ। ਪਰ ਇਹ ਸਭ ਦੇ ਦਰਮਿਆਨ ਵਿਜੀਲੈਂਸ ਕਹਿੰਦੀ ਜੀ ਸਾਡੀ ਜਾਂਚ ਦੇ ਵਿੱਚ ਮੁੱਢਲੀ ਜਾਂਚ ਦੇ ਵਿੱਚ ਇਹ ਤੱਥ ਸਾਹਮਣੇ ਆ ਰਹੇ ਨੇ ਕਿ ਇਹ ਨਸ਼ਾ ਤਸਕਰਾਂ ਨੂੰ ਫੜਦੇ ਵੀ ਸੀ ਤੇ ਫਿਰ ਛਡਾਉਣ 'ਚ ਬਚਾਉਣ 'ਚ ਭੂਮਿਕਾ ਵੀ ਨਿਭਾਉਂਦੇ ਸੀ। ਹੁਣ ਇਹ ਵਿਜੀਲੈਂਸ ਮਤਲਬ ਕਿ ਇਹ ਕੀ ਇਹ ਜਾਂਚ ਉਹਨਾਂ ਕੋਲ ਪਹਿਲਾਂ ਤੋਂ ਸੀ, ਕੁਝ ਰਿਪੋਰਟਾਂ ਪਹਿਲਾਂ ਤੋਂ ਸੀ ਕਿ ਜਾਂ ਅਚਾਨਕ ਇੱਕ ਦਿਨ 'ਚ ਇਹੋ ਜਿਹਾ ਕੁਛ ਪਤਾ ਲੱਗ ਗਿਆ। ਇਹ ਵੀ ਚਰਚਾਵਾਂ ਨੇ। ਦੂਸਰਾ, ਆਪਾਂ ਕੱਲ੍ਹ ਵੀ ਇੱਕ ਪਹਿਲੂ ਤੋਂ ਹੋਰ ਗੱਲ ਕਰ ਰਹੇ ਸੀ ਕਿ ਇਸ ਤੋਂ ਪਹਿਲਾਂ ਕਿ ਮੈਂ ਇਸ ਗੱਲ ਤੇ ਆਵਾਂ ਜਿਹੜਾ ਵਿਜੀਲੈਂਸ ਕਹਿ ਰਹੀ ਹੈ ਕਿ ਹਾਂ ਕੱਲ੍ਹ ਆਪਾਂ ਗੱਲ ਕਰ ਰਹੇ ਸੀ ਕਿ ਰਾਜਜੀਤ ਹੋਰਾਂ ਦੇ ਮਾਮਲੇ ਦੇ ਵਿੱਚ ਇਹ ਵੀ ਹੋ ਸਕਦਾ ਕਿ ਕੱਲ੍ਹ ਨੂੰ ਵੱਖ-ਵੱਖ ਲੌਬੀਆਂ ਸਾਹਮਣੇ ਆ ਜਾਣ। ਇੰਨਾ ਲੰਮਾ ਸਮਾਂ ਮਤਲਬ 2 ਦਿਨ ਲਗਭਗ ਬੀਤ ਗਏ ਨੇ ਤੇ 2 ਦਿਨਾਂ ਦੇ ਦਰਮਿਆਨ ਅਜੇ ਤੱਕ ਕੋਈ ਅਫਸਰਸ਼ਾਹੀ ਦੀ ਲੋਬੀ, ਕੋਈ PPS ਅਧਿਕਾਰੀਆਂ ਦੀ ਲੋਬੀ ਜਾਂ ਕੋਈ ਇਹੋ ਜਿਹਾ ਧੜਾ ਅਜੇ ਖੁੱਲ੍ਹ ਕੇ ਸਾਹਮਣੇ ਇਹਦੇ ਹੱਕ 'ਚ ਨਹੀਂ ਆਇਆ। ਸੋ ਕੀ ਉਹਨਾਂ ਨੂੰ ਕੋਈ ਡਰ ਪੈ ਲੱਗਦਾ
ਕੀ ਉਹਦੇ ਪਿੱਛੋਂ ਲੱਗਦਾ ਕਿ ਹਾਂ ਇਹ ਨਾ ਮਤਲਬ ਉਸ ਜਿਹੜਾ ਉਹਨਾਂ ਦਾ ਆਪਣਾ ਗਰੁੱਪ ਨੇ ਉਹਨਾਂ ਗਰੁੱਪਾਂ 'ਚ ਵੀ ਇਹ ਚਰਚਾ ਕਿ ਰਾਜਨੀਤ ਆਪਣੇ ਗਲਤੀਆਂ ਕਰਕੇ ਆਪਣੀਆਂ ਕੋਤਾਹੀਆਂ ਕਰਕੇ ਫਸਿਆ, ਜਾਂ ਉਹਨਾਂ ਨੂੰ ਲੱਗਦਾ ਕਿ ਨਹੀਂ ਅਸੀਂ ਇਸ ਮਾਮਲੇ 'ਚ ਪਿੱਛੇ ਰਹਿ ਕੇ ਕੰਮ ਕਰਨਾ ਕਿਤੇ ਅਸੀਂ ਨਿਸ਼ਾਨੇ ਤੇ ਨਾ ਜਾਈਏ। ਸੋ ਇਹ ਵੀ ਕਾਫੀ ਤਰ੍ਹਾਂ ਦੀਆਂ ਚਰਚਾਵਾਂ ਨੇ, ਪਰ ਜਿਹੜਾ ਪਹਿਲੂ ਹੁਣ ਵਿਜੀਲੈਂਸ ਨੇ ਉਭਾਰਿਆ ਉਸ ਪਹਿਲੂ 'ਚ ਉਹਨਾਂ ਦਾ ਆਧਾਰ ਇਹ ਹੈ, ਉਹ ਕਹਿੰਦੇ ਜੀ ਕਿ ਜਦੋਂ ਜਿਹੜਾ NDPS ਲੱਗਦਾ ਜੀ, ਉਹ ਜਿਹੜੇ ਇੰਦਰਜੀਤ ਹੋਰੀ ਸੀਗੇ ਦੇ ਨਾਲ ਜਿਹਨੂੰ ਲੈ ਕੇ ਜਾਂਦੇ ਸੀ ਉਹਦੇ ਅਧਿਕਾਰ ਖੇਤਰ 'ਚ ਆਉਂਦਾ ਹੀ ਨਹੀਂ ਸੀ ਕਿ ਉਹ FIR ਕਰ ਸਕੇ ਜੀ, ਪਰ ਉਹ ਰਾਜਜੀਤ ਦੇ ਪ੍ਰਭਾਵ ਕਰਕੇ ਕੋਈ ਬੋਲਦਾ ਨਹੀਂ ਸੀ, ਕੁਸਕਦਾ ਨਹੀਂ ਸੀ, ਤੇ ਉਹ NDPS ਦੇ ਪਰਚੇ ਕੱਟ ਦਿੰਦਾ ਸੀ ਜੀ, ਤੇ ਉਹ ਪਰਚੇ ਕੱਟ ਕੇ ਜਦੋਂ ਬੰਦਿਆਂ ਨੂੰ ਤਸਕਰਾਂ ਨੂੰ ਜਾਂ ਕਿਸੇ ਨੂੰ ਕੋਰਟ ਕਚਹਿਰੀ ਲਿਆ ਕੇ ਪੇਸ਼ ਕੀਤਾ ਜਾਂਦਾ ਸੀ ਤਾਂ ਉੱਥੇ ਜਾ ਕੇ ਉਹ ਪਰਚਾ ਖੜਦਾ ਹੀ ਨਹੀਂ ਸੀ ਜੀ, ਤੇ ਇਸ ਲਈ ਉਹ ਬਚ ਜਾਂਦੇ ਸੀ। ਹੋਰ ਛੱਡੋ, ਵਿਜੀਲੈਂਸ ਤਾਂ ਇਹ ਵੀ ਦਮ ਭਰ ਰਹੀ ਆ ਕਿ 50 ਤੋਂ ਵੱਧ ਅਜਿਹੇ ਸੈਂਪਲ ਫੇਲ ਹੋਏ ਜਿਹਦੇ ਕਰਕੇ 123 ਦੇ ਕਰੀਬ ਤਸਕਰ ਬਚ ਗਏ ਜੀ। ਮਤਲਬ ਵਿਜੀਲੈਂਸ ਦਾ ਮੰਨਣਾ ਇਹ ਹੈ ਕਿ ਉਹ ਕਹਿੰਦੇ ਜੀ ਉਹ ਸਹੀ ਮੈਨੇ ਚਿੱਟਾ ਹੀ ਹੁੰਦਾ ਸੀ ਜੀ, ਉਹ ਸਹੀ ਮੈਨੇ 'ਚ ਨਸ਼ੀਲੇ ਪਦਾਰਥ ਹੁੰਦੇ ਸੀ, ਪਰ ਉਹਨਾਂ ਦੇ ਸੈਂਪਲ ਬਦਲੇ ਜਾਂਦੇ ਸੀ ਜਾਂ ਲੈਬ 'ਚ ਉਹਨਾਂ ਦੇ ਟੈਸਟ ਫੇਲ ਕਰਾਏ ਜਾਂਦੇ ਸੀ। ਰਾਜਜੀਤ ਦੀ ਇੰਨੀ ਪਹੁੰਚ ਸੀ, ਇੰਨੀ ਅਪਰੋਚ ਸੀ ਕਿ ਉਹ ਕਹਿੰਦੇ ਕਿ ਉਹ ਤਾਂ ਆਪਣੀ ਜਾਂਚ ਨੂੰ ਪ੍ਰਭਾਵਿਤ ਕਰਾ ਗਿਆ ਸੀ। ਅਸਲ 'ਚ ਕੀ ਹੋਇਆ ਕਿ ਕੈਪਟਨ ਅਮਰਿੰਦਰ ਦੇ ਸਮੇਂ ਰਾਜਜੀਤ ਹੋਰੀ ਜਾਂ ਅਜਿਹੇ ਕੁਝ ਪੁਲਿਸ ਅਧਿਕਾਰੀਆਂ ਦੇ ਲੀਕ ਲਿਸਟ ਤਿਆਰ ਹੋ ਗਈ ਸੀ ਕਿ ਭਾਈ ਆਹ ਹੈਗੀਆਂ ਨੇ ਜਿਹੜੀਆਂ ਜੀ ਨਸ਼ਾ ਤਸਕਰਾਂ ਨੂੰ ਸਪੋਰਟ ਕਰਦੇ ਆ, ਜਾਂ ਕਾਲੀਆਂ ਭੇਡਾਂ ਜੀ ਪੁਲਿਸ 'ਚ, ਜਾਂ ਜੇ ਉਹ ਜੀ ਹੁਣ ਇਹ ਚਾਹੇ ਲੌਬੀ ਦਾ ਕੋਈ ਕਾਰਾ ਸੀ, ਚਾਹੇ ਵਿਰੋਧੀਆਂ ਦੀ ਕਾਰਾ ਸੀ, ਜਾਂ ਸੱਚਾ ਸੀ, ਜੋ ਵੀ ਸੀ, ਕਹਿੰਦੇ ਇੱਕ ਵਾਰ ਲਿਸਟ ਤਿਆਰ ਹੋ ਗਈ, ਕਾਰਵਾਈ ਦੀ ਤਿਆਰੀ ਹੋ ਗਈ, ਤੇ ਇੱਕ ਸਿੱਟ ਬਣੀ। ਸਿੱਟ ਦੇ ਵਿੱਚ ਉਹ ਰਾਜਜੀਤ ਦੇ ਖਿਲਾਫ ਜਾਂਚ ਹੋਣੀ ਸੀ, ਉਹਦੇ ਵਿੱਚ ਬਕਾਇਦਾ ਤੌਰ ਦੇ ਉੱਤੇ ਹਰਪ੍ਰੀਤ ਸਿੱਧੂ ਨੂੰ ਲਾਇਆ ਗਿਆ, ਤੇ ਹਰਪ੍ਰੀਤ ਸਿੱਧੂ ਹੋਰਾਂ ਦੇ ਖਿਲਾਫ ਕਹਿੰਦੇ ਰਾਜਜੀਤ ਹੋਰੀ ਗਏ ਕਿ ਨਹੀਂ ਜੀ ਇਹ ਨਿਰਪੱਖ ਜਾਂਚ ਨਹੀਂ ਕਰੂਗਾ, ਇਹ ਮੇਰੇ ਪ੍ਰਤੀ ਰੋਸਾ ਰੱਖਦਾ, ਇਹ ਰੱਖਦਾ, ਇਸ ਨੂੰ ਬਦਲ। ਕਹਿੰਦੇ ਰਾਜਜੀਤ ਦੀ ਇੰਨੀ ਪਹੁੰਚ ਸੀ ਕਿ ਉਹਨ ਤਾਂ ਆਪਣੇ ਖਿਲਾਫ ਵਾਲੀ ਸਿੱਟ ਦੇ ਅਧਿਕਾਰੀ ਵੀ ਬਦਲਾ ਲਏ ਸੀ ਜੀ, ਤੇ ਉਹ ਵਿਜੀਲੈਂਸ ਜਿਹੜਾ ਹੁਣ ਵੀ ਕਹਿੰਦੇ ਕੀ ਵਿਜੀਲੈਂਸ ਉਹਦੇ ਖਿਲਾਫ ਉਨੀ ਕਾਰਵਾਈ ਕਰ ਲੂਗੀ, ਪਰ ਆ ਵਿਜੀਲੈਂਸ ਨੇ ਜਿਹੜੇ ਹੁਣੇ ਤੱਥ ਕੱਢੇ ਨੇ, ਜੇ ਤੱਥ ਸੱਚ ਸਾਬਤ ਹੁੰਦੇ ਨੇ ਤਾਂ ਫਿਰ ਰਾਜਜੀਤ ਹੋਰਾਂ ਲਈ ਮੋੜਾ ਕੱਟਣਾ, ਆਪਣੀ ਛਵੀ ਨੂੰ ਦੁਬਾਰਾ ਬਹਾਲ ਕਰਨਾ, ਆਪਣੇ ਰੁਤਬੇ ਤੇ ਦੁਬਾਰਾ ਮੁੜਨਾ ਹੁਣ ਸੰਭਵ ਨਹੀਂ ਹੋਏਗਾ ਫਿਰ, ਕਿਉਂਕਿ ਵਿਜੀਲੈਂਸ ਕਹਿੰਦੀ ਕਿ ਸਾਡੇ ਕੋਲ ਰਿਕਾਰਡ ਅਜੇ 50 ਸੈਂਪਲਾਂ ਤੱਕ ਦਾ ਆ ਗਿਆ ਕਿ 50 ਸੈਂਪਲ ਤੋਂ ਵੱਧ ਨੇ ਜਿਹੜੇ ਉਹਨਾਂ ਨੇ ਫੇਲ ਕਰਾਏ, ਤੇ ਉਹ ਫੇਲ ਹੋਣ ਦਾ ਨਤੀਜਾ ਕਿ 123 ਤੋਂ ਵੱਧ ਜਿਹੜੇ ਤਸਕਰ ਸੀ ਉਹ ਬਚ ਕੇ ਨਿਕਲ ਗਏ ਜੀ। ਸੋ ਕੀ ਰਾਜਜੀਤ ਅਜਿਹੀ ਭੂਮਿਕਾ ਨਿਭਾਉਂਦਾ ਸੀ ਕਿ ਇੰਦਰਜੀਤ ਹੋਰੀ ਜਿਹੜੇ ਨਾਲ ਸੀ ਇੰਸਪੈਕਟਰ ਉਹ ਇਹੋ ਜਿਹਾ ਕੰਮ ਕਰਦੇ ਸੀ, ਫਿਰ ਕੀ ਦੋ ਜਣੇ ਹੀ ਕਰ ਲੈਂਦੇ ਸੀ ਜੀ, ਤੇ ਮਤਲਬ ਇਹਦੇ ਨਾਲ ਹੋਰ ਕੜੀ ਵੀ ਹੋ ਸਕਦੀ ਹੈ। ਉਹ ਕੌਣ ਨੇ, ਕੀ ਇਸ ਲਈ ਉਹ ਚੁੱਪ ਨੇ, ਕੀ ਇਸ ਲਈ ਕੋਈ ਹੋਰ ਨਹੀਂ ਬੋਲਦਾ ਕਿ ਅਸੀਂ ਵੀ ਕਟਹਿਰੇ 'ਚ ਆ ਜਾਵਾਂਗੇ? ਸੋ ਇਹ ਸਾਰੇ ਸਵਾਲ ਵੱਡੇ ਹੁੰਦੇ ਜਾਂਦੇ ਨੇ। ਪਰ ਹੁਣ ਕੱਲ੍ਹ ਵਾਲੀ 2 ਦਿਨ ਦੀ ਇਸ ਕਾਰਵਾਈ ਤੋਂ ਬਾਅਦ ਪੰਜਾਬ 'ਚ ਚਰਚਾ ਜ਼ਰੂਰ ਚੱਲੀ ਹੈ ਕਿ ਕੀ ਸੱਚਮੁੱਚ ਇਸ ਤਰ੍ਹਾਂ ਕਿ ਜਿਵੇਂ ਆਪਾਂ ਇੱਕ ਕਹਾਵਤ ਹੈ ਕਿ ਕਾਂ ਮਾਰ ਕੇ ਟੰਗ ਦਿਓ, ਫਿਰ ਉੱਥੇ ਹੋਰ ਡਾਰ ਨਹੀਂ ਪੈਂਦੀ, ਹੈ ਨਾ। ਸੋ ਕੀ ਇਹ ਉਸ ਤਰ੍ਹਾਂ ਦੀ ਕਾਰਵਾਈ ਹੈ ਕਿ ਇਹ ਤੋਂ ਬਾਅਦ ਨਸ਼ਾ ਤਸਕਰਾਂ ਨੂੰ ਵੀ ਠੱਲ ਪੈ ਜੂਗੀ, ਨਸ਼ਾ ਸਪਲਾਇਰ ਵੀ ਚੈਨ ਵੀ ਟੁੱਟ ਜੂਗੀ, ਤੇ ਨਸ਼ੇ ਦੇ ਕਾਰੋਬਾਰ 'ਚ ਸ਼ਾਮਲ ਵੱਡੀਆਂ ਧਿਰਾਂ ਵੀ ਸਾਇਲੈਂਟ ਹੋ ਜਾਣਗੀਆਂ? ਪਰ ਇਹ ਕੀ ਕੁਝ ਸਮੇਂ ਲਈ ਹੋਊ ਕਿ ਪਰਮਾਨੈਂਟ ਹੋਊ? ਪੰਜਾਬ ਪਰਮਾਨੈਂਟ ਨਸ਼ੇ ਤੋਂ ਛੁਟਕਾਰਾ ਚਾਹੁੰਦਾ ਹੈ, ਤੇ ਉਹਦੇ ਲਈ ਉਹ ਚਾਹੁੰਦਾ ਕਿ ਵੱਡੇ ਜਿੰਨੇ ਮਗਰਮੱਛ ਨੇ, ਜਿੰਨੇ ਵੱਡੇ ਸਪਲਾਇਰ ਨੇ, ਜਿੰਨੇ ਵੱਡੇ ਇਸ ਕਾਰੋਬਾਰ ਸ਼ਾਮਲ ਨੇ, ਚਾਹੇ ਉਹ ਰਾਜਨੇਤਾ ਨੇ, ਚਾਹੇ ਉਹ ਸਿਆਸੀ ਲੀਡਰ ਨੇ, ਚਾਹੇ ਸਿਆਸੀ ਪਹੁੰਚ ਰੱਖਣ ਵਾਲੀ ਧਿਰਾਂ ਨੇ, ਚਾਹੇ ਉਹ ਪ੍ਰਸ਼ਾਸਨਿਕ ਨੇ, ਚਾਹੇ ਉਹ ਪੁਲਿਸ ਤੰਤਰ ਹੈ, ਚਾਹੇ ਉਹ ਕਾਰੋਬਾਰੀ ਨੇ, ਸੋ ਉਹਨਾਂ ਸਾਰਿਆਂ ਨੂੰ ਇੱਕ ਲਾਈਨ 'ਚ ਕਟਹਿਰੇ 'ਚ ਖੜਾ ਕਰੋ। ਸੋ ਕੀ ਇਹ ਕਾਰਵਾਈ ਉੱਥੇ ਤੱਕ ਜਾਏਗੀ ਜਾਂ ਸਿਰਫ ਇਹ ਕਾਂ ਮਾਰਨ ਤੱਕ ਦੀ ਕਾਰਵਾਈ ਹੋਏਗੀ, ਇਹਦੇ ਉੱਤੇ ਨਜ਼ਰ ਹੈ। ਫਿਲਹਾਲ ਰਾਜਜੀਤ ਹੋਰਾਂ ਦਾ ਜਾਂ ਉਹਨਾਂ ਦੇ ਸਾਥੀਆਂ ਦਾ ਹੁਣ ਬਚਣਾ ਮੁਸ਼ਕਿਲ ਹੈ। ਜਿਸ ਤਰ੍ਹਾਂ ਦੀ ਵਿਜੀਲੈਂਸ ਨੇ ਉਹਨਾਂ ਦੇ ਖਿਲਾਫ ਤਿਆਰੀ ਕੀਤੀ, LOC ਵੀ ਜਾਰੀ ਕਰਤੀ, ਵਿਦੇਸ਼ ਨਹੀਂ ਭੱਜ ਸਕਦੇ, ਸਾਰੀਆਂ ਜ਼ਮੀਨ ਜਾਇਦਾਦਾਂ ਕੁਰਕ ਕਰਨ ਦੀ ਤਿਆਰੀ ਬਾਰੇ ਫਾਈਲਾਂ ਤਿਆਰ ਹੋ ਰਹੀਆਂ ਨੇ। ਉਧਰ ਆ ਜਿਹੜਾ ਮਾਮਲਾ ਕਿ ਤਸਕਰਾਂ ਨੂੰ ਬਚਾਉਂਦੇ ਸੀ, ਉਹਦੇ ਮਾਮਲੇ 'ਚ ਅਦਾਲਤ 'ਚ ਕਿਹੋ ਜਿਹੀ ਸਖਤੀ ਨਾਲ ਜੇਕਰ ਇਹ ਤੱਥ ਸਬੂਤ ਸਾਰੇ ਉਹਨਾਂ ਦੇ ਖਿਲਾਫ ਆ ਜਾਂਦੇ ਨੇ ਜੀ, ਫਿਰ ਉਹਨਾਂ ਲਈ ਬਚਣਾ ਮੁਸ਼ਕਲ ਹੋ ਜਾਏਗਾ। ਬਿਲਕੁਲ। ਤਾਂ ਦੀਪ ਜੀ, ਜੇਕਰ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਕਿਸਾਨ ਸਮੇਂ-ਸਮੇਂ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ਤੇ ਉਤਰੇ ਨੇ, ਧਰਨੇ ਪ੍ਰਦਰਸ਼ਨ ਵੀ ਉਹਨਾਂ ਦੇ ਵੱਲੋਂ ਕੀਤੇ ਗਏ ਨੇ, ਸਰਕਾਰ ਨੂੰ ਰੋਸਾ ਵੀ ਆਪਣਾ ਵਿਖਾਇਆ ਗਿਆ, ਪਰ ਕਿਸਾਨਾਂ ਦਾ ਇਹੀ ਦੋਸ਼ ਹੈ ਕਿ ਸਰਕਾਰ ਉਹਨਾਂ ਦੀ ਗੱਲ ਨਹੀਂ ਸੁਣ ਰਹੀ। ਤੇ ਕੱਲ ਵੀ ਰੇਲਾਂ ਰੋਕੀਆਂ ਗਈਆਂ ਸੀ ਕਿਸਾਨਾਂ ਦੇ ਵੱਲੋਂ, 4 ਘੰਟੇ ਦੇ ਲਈ ਰੇਲਾਂ ਰੋਕ ਕੇ ਉਹ ਰੇਲਵੇ ਲਾਈਨ ਤੇ ਬੈਠੇ ਹੋਏ ਸੀ, ਤੇ ਖਰੀਦ ਦੀ ਵਿੱਚ ਜੋ ਕਣਕ ਦੀ ਖਰੀਦ ਹੈ ਉਸ ਵਿੱਚ ਕਟੌਤੀ ਦਾ ਮਾਮਲਾ ਜੈਸੇ ਰੋਸੇ ਵਜੋਂ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕਿਸਾਨਾਂ ਨੇ ਕੀਤੀ ਹੈ। ਬਿਲਕੁਲ, ਕੱਲ ਪੰਜਾਬ ਭਰ 'ਚ ਲਗਭਗ ਪ੍ਰਦਰਸ਼ਨ ਸੀ, ਖਾਸ ਕਰ ਰੇਲ ਰੋਕੋ ਪ੍ਰਦਰਸ਼ਨ ਸੀ ਜੀ, ਔਰ ਲਗਭਗ ਸਾਰੇ ਜਥੇਬੰਦੀਆਂ ਦੇ ਨੁਮਾਇੰਦੇ ਆਪੋ ਆਪਣੇ ਢੰਗ ਤਰੀਕੇ ਨਾਲ ਜਾਂ ਆਪੋ ਆਪਣੇ ਜਾਂ ਕਈ ਥਾਵਾਂ ਤੇ ਇਕੱਠੀਆਂ, ਕਈ ਥਾਵਾਂ ਤੇ ਅੱਡੋ ਅੱਡ ਪ੍ਰਦਰਸ਼ਨ ਹੋਏ ਜੀ। ਮਸਲਾ ਇੱਕ ਹੈ ਜਤਿੰਦਰ ਜੀ, ਮੁੱਦਾ ਇੱਕ ਹੈ ਪਰ ਇਕਜੁੱਟਤਾ ਨਹੀਂ ਹੈ। ਸੋ ਇਹੀ ਕਾਰਨ ਹੈ ਫਿਰ ਸਰਕਾਰਾਂ ਤੇ ਅਸਰ ਨਹੀਂ ਹੁੰਦਾ। ਹੁਣ 2 ਪਹਿਲੂਆਂ ਤੇ ਕੱਲ ਮਤਲਬ ਰੋਸਾ ਸੀ ਜਥੇਬੰਦੀਆਂ ਦਾ। ਪਹਿਲਾ ਉਹਨਾਂ ਦਾ ਸੀਗਾ, ਕਹਿੰਦੇ ਜੀ ਕਿ ਦੇਖੋ ਕੇਂਦਰ ਨੇ ਧੱਕੇਸ਼ਾਹੀ ਕੀਤੀ ਹੈ ਸਾਡੇ ਨਾਲ, ਕਿ ਇੱਕ ਪਾਸੇ ਦਾ ਕੇਂਦਰ ਕਹਿੰਦਾ ਕਿ ਕਿਸਾਨ ਮੌਸਮ ਦੀ ਮਾਰ ਝੱਲ ਗਿਆ ਜੀ, ਇਸ ਲਈ ਅਸੀਂ ਰਾਹਤ ਦੇਣੀ ਹੈ,
ਤੇ ਅਸੀਂ ਦਾਣਾ ਦਾਣਾ ਚੱਕਾਂਗੇ। ਦਾਣਾ ਦਾਣਾ ਚੱਕਣ ਦੀ ਆੜ 'ਚ MSP ਤੇ ਨਹੀਂ ਚੱਕਾਂਗੇ। ਜੀ। ਜਿਹੜਾ ਟੁੱਟ ਗਿਆ ਦਾਣਾ ਉਹਦਾ ਰੇਟ 'ਚ ਇੰਨੀ ਕਟੌਤੀ, ਜਿਹੜਾ ਦਾਣਾ ਬਦਰੰਗ ਹੋ ਗਿਆ ਉਹਦੇ 'ਚ ਕਟੌਤੀ ਇੰਨੀ, ਜਿਹੜਾ ਸੁੰਗੜ ਗਿਆ ਉਹਦੇ 'ਚ ਕਟੌਤੀ ਇੰਨੀ, ਤੇ ਕਟੌਤੀ ਲਿਆ ਕੇ 31 ਰੁਪਏ ਤੋਂ ਵੱਧ ਪ੍ਰਤੀ ਕੁਇੰਟਲ ਤੱਕ ਲਿਆ ਕੇ ਖੜਾਤੀ ਜੀ ਕਿ 6% ਤੋਂ ਉੱਪਰ ਵਾਲੇ 'ਚ ਅਸੀਂ ਆਹ ਕਟੌਤੀਆਂ ਕਰਾਂਗੇ ਜੀ। ਤੇ ਹੁਣ ਉਸ ਕਟੌਤੀ ਦੇ ਚੱਕਰ 'ਚ ਕਿਸਾਨ ਦਾ ਧੋਖਾ ਹੋ ਰਿਹਾ। ਕਹਿੰਦੇ ਕਿ ਉਹਦੀ ਫਸਲ ਦਾ ਵੀ ਉਹਨੂੰ ਪੂਰਾ ਮੁੱਲ ਨਹੀਂ ਮਿਲ ਰਿਹਾ, ਤੇ ਜਦੋਂ ਕਿ ਮੌਸਮ ਦੀ ਮਾਰ ਕੁਦਰਤੀ ਮਾਰ ਹੈ ਜੀ। ਸੋ ਇਸ ਲਈ ਇਹ ਰੋਸਾ ਤਾਂ ਉਹਨਾਂ ਦਾ ਕੇਂਦਰ ਪ੍ਰਤੀ ਸੀ। ਦੂਸਰਾ ਉਹ ਕਹਿੰਦੇ ਕਿ ਪੰਜਾਬ ਸਰਕਾਰ ਨੇ ਜਿਵੇਂ ਹਰਿਆਣੇ ਦੀ ਤਰਜ਼ ਤੇ ਐਲਾਨ ਕੀਤਾ ਜੀ, ਤੇ ਪੰਜਾਬ ਸਰਕਾਰ ਨੂੰ ਜਾਂ ਲੋਕਾਂ ਨੂੰ ਸੀ ਕਿ ਇਹਦੇ ਨਾਲ ਕਿਸਾਨ ਜਥੇਬੰਦੀਆਂ ਖੁਸ਼ ਹੋਣਗੀਆਂ ਪੰਜਾਬ ਸਰਕਾਰ ਤੋਂ ਕਿ ਠੀਕ ਹੈ, ਉਹਨਾਂ ਨੇ ਹਿੰਮਤ ਤਾਂ ਕੀਤੀ ਕਿ ਭਾਈ ਕੇਂਦਰ ਜੇ ਕਟੌਤੀ ਕਰਦਾ ਕਟੌਤੀ ਦੀ ਭਰਪਾਈ ਅਸੀਂ ਕਰਾਂਗੇ। ਜੀ। ਸੋ ਪੰਜਾਬ ਸਰਕਾਰ ਦਾ ਇਹ ਫੈਸਲਾ ਜਦੋਂ ਐਲਾਨ ਰੂਪ 'ਚ ਸਾਹਮਣੇ ਆਇਆ ਕਿ ਭਾਈ ਜੇ 5% ਕਰਨ, 10% ਕਰਨ, 20% ਕਰਨ, 3 ਰੁਪਏ ਕਰਨ, 5 ਰੁਪਏ ਕਰਨ, 8 ਰੁਪਏ ਕਰਨ, 20 ਰੁਪਏ ਕਰਨ, 30 ਰੁਪਏ ਕਰਨ, ਜਿੰਨਾ ਵੀ ਪ੍ਰਤੀ ਕੁਇੰਟਲ ਕਟੌਤੀ ਕਰਦਾ ਕੇਂਦਰ, ਜੀ, ਚਾਹੇ ਉਹ ਬਦਰੰਗ 'ਚ, ਚਾਹੇ ਟੁੱਟੇ 'ਚ, ਚਾਹੇ ਸੁੰਗੜੇ ਹੋਏ ਦਾਣੇ 'ਚ, ਕਿ ਉਹ ਭਰਪਾਈ ਪੰਜਾਬ ਸਰਕਾਰ ਕਰਕੇ ਦੇਊਗੀ। ਇਹ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਐਲਾਨ ਕੀਤਾ। ਜੀ। ਤੇ ਸਰਕਾਰ, ਮੁੱਖ ਮੰਤਰੀ, ਮੰਤਰੀ ਇਹ ਉਮੀਦ ਕਰਦੇ ਸੀ ਕਿ ਜਥੇਬੰਦੀਆਂ ਸਾਡੀ ਵਾਹਵਾਹੀ ਕਰਨਗੀਆਂ। ਜੀ। ਪਰ ਜਥੇਬੰਦੀਆਂ ਨੂੰ ਕੱਲ ਦੂਜਾ ਰੋਸਾ ਇਸ ਗੱਲ ਦਾ ਸੀ। ਉਹ ਕਹਿੰਦੇ ਕਿ ਇਹ ਭਰਪਾਈ ਕਰਨ ਦੀ ਆਦਤ ਤਾਂ ਕੇਂਦਰ ਨੂੰ ਤੁਸੀਂ ਨਵੀਂ ਸਹੂਲਤ ਦੇ ਰਹੇ ਹੋ ਜੀ, ਕਿ ਠੀਕ ਹੈ ਕੇਂਦਰ ਕਿਆ ਕਰੂ, ਅਸੀਂ ਕੱਟ ਲੈਣੇ ਆ, ਤੁਸੀਂ ਪਾਈ ਜਾਓ। ਤੇ ਇਹ ਤਾਂ ਨਵਾਂ ਰਾਹ ਖੁੱਲ ਗਿਆ। ਕਹਿੰਦੇ ਕਿ ਪੰਜਾਬ ਸਰਕਾਰ ਸਖਤ ਹੁੰਦੀ ਕਿ ਨਹੀਂ, ਤੁਹਾਡੇ ਨਿਯਮ ਨਹੀਂ ਅਸੀਂ ਮੰਨਣੇ, ਤੁਹਾਨੂੰ ਪੂਰੀ ਅਦਾਇਗੀ ਕਰਨੀ ਪਊਗੀ। ਕੇਂਦਰ ਦੇ ਖਿਲਾਫ ਡਟਦੇ ਕਿ ਸਾਡੇ ਨਾਲ ਡਟਦੀ ਪੰਜਾਬ ਸਰਕਾਰ, ਜਾਂ ਜਾਂਦੀ ਉੱਥੇ ਤੱਕ। ਪੰਜਾਬ ਦੇ ਮੁੱਖ ਮੰਤਰੀ ਆਪਾਂ ਵੀ ਗੱਲ ਕਰ ਸੀ ਕਿ ਜਾ ਸਕਦੇ ਨੇ ਦਿੱਲੀ, ਮੰਤਰੀ ਜਾ ਸਕਦੇ ਨੇ, ਵਫਦ ਲੈ ਕੇ ਜਾ ਸਕਦੇ ਨੇ, ਰਾਜ ਸਭਾ ਮੈਂਬਰ ਇਹਨਾਂ ਦੇ ਉੱਥੇ ਪਹਿਲਾਂ ਤੋਂ ਬੈਠੇ ਨੇ, ਉਹਨਾਂ ਨੂੰ ਨਾਲ ਲਿਜਾ ਕੇ ਗੱਲ ਹੋ ਸਕਦੀ ਹੈ। ਵਿਰੋਧੀ ਪਾਰਟੀਆਂ ਦੇ ਲੀਡਰਾਂ ਨੂੰ ਇਕੱਠਿਆਂ ਕੀਤਾ ਜਾ ਸਕਦਾ ਹੈ। ਸਮੁੱਚੇ ਪੰਜਾਬ ਦੀ ਸਿਆਸੀ ਲੀਡਰ ਇਕੱਠੇ ਹੋ ਕੇ ਜਾ ਸਕਦੇ ਨੇ। ਜਥੇਬੰਦੀਆਂ ਨੇ ਵੀ ਕੁਝ ਅਜਿਹਾ ਹੀ ਕਿਹਾ ਕਿ ਨਹੀਂ ਜੀ, ਇਹਨਾਂ ਨੂੰ ਜਾਣਾ ਚਾਹੀਦਾ ਸੀ। ਇਹ ਦਿੱਲੀ ਜਾਂਦੇ, ਇਹ ਮੰਗ ਰੱਖਦੇ, ਗੱਲ ਕਰਦੇ, ਇਕੱਠੇ ਹੋ ਕੇ ਜਾਂਦੇ ਤੇ ਤਾਂ ਕਿ ਕੇਂਦਰ ਖਿਲਾਫ ਡਟਦੇ, ਨਾ ਕਿ ਆਪਣੇ ਕੋਲੋਂ ਭਰਪਾਈ ਕਰਦੇ। ਜੇਕਰ ਆਪਣੇ ਕੋਲੋਂ ਭਰਪਾਈ ਕਰਨ ਲੱਗ ਗਏ, ਅਜੇ ਤਾਂ ਵੈਸੇ ਕਹਿੰਦੇ ਐਲਾਨ ਹੈ, ਆਏ ਨਹੀਂ, ਜਦੋਂ ਦੇਣਗੇ ਜਦ ਦੇਖਾਂਗੇ, ਪਰ ਫਿਰ ਵੀ ਕਹਿੰਦੇ ਕਿ ਜੇਕਰ ਆਪਣੇ ਕੋਲੋਂ ਭਰਪਾਈ ਕਰਨ ਲੱਗੇ ਤਾਂ ਕੇਂਦਰ ਹਰ ਵਾਰ ਇਹੋ ਜਿਹੇ ਬਹਾਨੇ ਲੱਭ ਲਿਆ ਕਰੂਗਾ। ਉਹਨੇ ਆਪਣੇ ਪੈਸੇ ਬਚਾ ਲੈਣੇ ਆ, ਝੱਗਾ ਝੋੜ ਪੰਜਾਬ ਦਾ ਹੋ ਜਾ ਕਰਨਾ ਕਿ MSP ਉਹਦਾ ਫਰਜ਼ ਬਣਦਾ ਖਰੀਦਣਾ। ਸੋ ਇਸ ਲਈ ਕਹਿੰਦੇ ਇਸ ਗੱਲ ਦਾ ਰੋਸਾ ਕਿ ਇਕੱਠੇ ਹੋ ਕੇ ਕਿਉਂ ਨਹੀਂ ਗਏ। ਕਹਿ ਕੌਣ ਰਿਹਾ? ਜਥੇਬੰਦੀਆਂ। ਕਿਹਨੂੰ ਕਹਿ ਰਹੀਆਂ? ਸਰਕਾਰ ਨੂੰ, ਰਾਜਨੀਤਿਕ ਧਿਰਾਂ ਨੂੰ ਇਕੱਠੇ ਹੋ ਜਾਓ। ਪਹਿਲਾਂ ਤੁਸੀਂ ਤਾਂ ਇਕੱਠੇ ਹੋ ਜਾਓ। ਬਿਲਕੁਲ। ਜਥੇਬੰਦੀਆਂ ਆਪ ਅੱਡ-ਅੱਡ ਝੰਡਾ ਲੈ ਕੇ ਬੈਠੀਆਂ, ਕੱਲ ਅੱਡ-ਅੱਡ ਡੰਡਾ ਲੈ ਕੇ ਬੈਠੀਆਂ, ਅੱਡ-ਅੱਡ ਥਾਵਾਂ ਤੇ ਬੈਠੀਆਂ। ਰਾਜੇ ਵਾਲੇ ਹੋਰਾਂ ਦਾ ਧੜਾ ਕਹਿੰਦਾ ਜੀ ਅਸੀਂ 4-5 ਜਥੇਬੰਦੀਆਂ ਇਕੱਠੀਆਂ। ਜਿੱਦਣ ਕੇਂਦਰ ਦਾ ਫੈਸਲਾ ਸੀ, ਅਸੀਂ ਉਦੋਂ ਇਹ ਰੋਸਾ ਪ੍ਰਗਟਾਤਾ ਸੀ। ਸਾਡਾ ਕੰਮ ਹੋ ਗਿਆ, ਅਸੀਂ ਆਪਣਾ ਰੋਸ ਪ੍ਰਗਟਾ ਚੁੱਕੇ ਹਾਂ, ਅਸੀਂ ਨਹੀਂ ਇਹਨਾਂ ਨਾਲ ਬਹਿਣਾ। ਅਗਰਾਹਾਂ ਹੋਰੀ ਕਹਿੰਦੇ ਸਾਡੀ ਆਪਣੀ ਦੇਖਾ, ਆਪਣੀ ਪਹਿਚਾਣ, ਅਸੀਂ ਤਾਂ ਆਪਣਾ ਮਜਬਾ, ਆਪਣਾ ਥੜਾ ਆਪਣਾ ਲਾਵਾਂਗੇ, ਅਸੀਂ ਨਹੀਂ ਕਿਸੇ ਨਾਲ। ਡੱਲੇ ਵਾਲਾ ਅੱਡ ਆਪਣਾ ਝੰਡਾ ਲੈ ਕੇ ਬੈਠਾ ਹੈ ਨਾ, ਅਗਰਾਹਾਂ ਹੋਰੀ ਅੱਡ ਨੇ, ਰਾਜੇ ਵਾਲਾ ਆਪਣੇ ਅੱਡ ਨੇ, ਹੈ ਨਾ ਜੀ, ਕਾਦੀਆਂ ਹੋਰੀ ਅੱਡ ਨੇ, ਬੁਰਜ ਗਿੱਲ ਅੱਡ ਹੈ, ਡਾਕਟਰ ਦਰਸ਼ਨਪਾਲ ਕਿਤੇ। ਸੋ ਕਿਤੇ ਕਹਿੰਦੇ ਜੀ 22 ਇਕੱਠੀਆਂ, ਉਹ 22 ਚੋਂ 12 ਆਈਆਂ, ਕਿਤੇ 32 ਚੋਂ 10 ਆਈਆਂ, ਕਿਤੇ 6 ਸੀ ਇਕੱਠੇ ਹੈ, ਕਿਤੇ ਕੋਈ ਦੂਰ ਟਰੈਕ ਤੋਂ ਬੈਠਾ ਸੀ, ਕੋਈ ਉਰਾਂ ਬੈਠਾ ਸੀ, ਕੋਈ ਉੱਪਰ ਬੈਠਾ ਸੀ ਦਰੀ ਵਿਛਾ ਕੇ। ਸੋ ਬੇਸ਼ੱਕ ਕੱਲ ਪੰਜਾਬ ਦੇ ਵਿੱਚ 22-23 ਜ਼ਿਲ੍ਹਿਆਂ ਦੇ ਵਿੱਚ 28 ਤੋਂ ਵੱਧ ਥਾਵਾਂ ਦੇ ਉੱਤੇ ਕੱਲ ਪ੍ਰਦਰਸ਼ਨ ਹੋਇਆ। ਕਰੀਬ 28 ਜਗ੍ਹਾ ਤੇ 4 ਤੋਂ 5 ਘੰਟੇ ਲਈ ਰੇਲਾਂ ਰੋਕੀਆਂ ਗਈਆਂ। ਲੋਕ ਔਖੇ ਵੀ ਹੋਏ, ਮੁਸ਼ਕਲਾਂ ਵੀ ਆਈਆਂ, ਆਵਾਜਾਈ ਦਾ ਸਾਧਨ ਦੀ ਮੁਸ਼ਕਲ ਆਈ, ਕਈਆਂ ਨੇ ਕਿਤੇ ਜਾਣਾ ਉਹਦਾ। ਸੋ ਰੇਲਾਂ ਰੁਕੀਆਂ, ਖਾਸ ਕਰ ਦਿੱਲੀ ਅੰਮ੍ਰਿਤਸਰ ਵਾਲਾ ਟਰੈਕ ਖਾਸਾ ਪ੍ਰਭਾਵਿਤ ਰਿਹਾ। ਸੋ ਉਹਦੇ ਕਾਰਨ ਕਈ ਰੇਲਾਂ ਰੱਦ ਵੀ ਕਰਨੀਆਂ ਪਈਆਂ, ਕਈਆਂ ਨੂੰ ਕਨਵਰਟ ਕਰਨਾ ਪਿਆ। ਠੀਕ ਹੈ, ਇਹ ਸਾਰੇ ਦੇ ਬਾਵਜੂਦ ਜਥੇਬੰਦੀਆਂ ਇਕੱਠੀਆਂ ਨਹੀਂ ਹੋ ਸਕੀਆਂ। ਜਦੋਂ ਜਤਿੰਦਰ ਜੀ ਮਾਮਲਾ ਇੱਕ ਹੈ, ਕੇਂਦਰ ਦੇ ਖਿਲਾਫ ਕਟੌਤੀ ਦਾ ਮਾਮਲਾ ਹੈ, ਕੇਂਦਰ ਤੋਂ MSP ਲੈਣ ਦਾ ਮਾਮਲਾ ਹੈ, ਫਸਲੀ ਮੁਆਵਜ਼ਿਆਂ ਦਾ ਮਾਮਲਾ ਹੈ ਨਾ, ਨਕਲੀ ਬੀਜ, ਨਕਲੀ ਦਵਾਈਆਂ ਦਾ ਮੁੱਦਾ ਤੁਹਾਡਾ ਇੱਕੋ ਹੈ। ਬਿਲਕੁਲ। ਏਜੰਡਾ ਤੁਹਾਡਾ ਇੱਕੋ ਹੈ, ਰੋਸਾ ਇੱਕੋ ਧਿਰ ਦੇ ਖਿਲਾਫ, ਚਾਹੇ ਉਹ ਕੇਂਦਰ ਹੈ ਚਾਹੇ ਸੂਬਾ ਹੈ। ਤੇ ਫਿਰ ਤੁਸੀਂ ਇਕੱਠੇ ਕਿਉਂ ਨਹੀਂ? ਤੇ ਇਹਨਾਂ ਨੂੰ ਤਾਂ ਘੱਟੋ ਘੱਟ ਬਾਕੀਆਂ ਧਿਰਾਂ ਨਾਲੋਂ ਵੱਧ ਸਮਝ ਆਉਣੀ ਚਾਹੀਦੀ ਹੈ। ਹਾਲ ਹੀ 'ਚ 3 ਖੇਤੀ ਕਾਨੂੰਨ ਵਾਪਸੇ ਤਾਂ ਹੋਏ ਕਿ ਉੱਥੇ ਇਕੱਠੇ ਹੋ ਕੇ ਬੈਠੇ ਸੀ। ਬੇਸ਼ੱਕ ਇਹ ਲੋਕਾਂ ਦੇ ਡਰ ਤੋਂ ਇਕੱਠੇ ਹੋ ਕੇ ਬੈਠੇ ਸੀ, ਪਰ ਬੈਠੇ ਤਾਂ ਸੀ ਨਾ। ਉਹਦਾ ਨਤੀਜਾ ਵੀ ਆਪਾਂ ਦੇਖਿਆ ਕਿ ਸਰਕਾਰ ਨੂੰ ਝੁਕਣਾ ਪਿਆ, ਜਿਹੜੀ ਕਹਿੰਦੀ ਸੀ ਝੁਕਦੇ ਨਹੀਂ, ਉਹਨਾਂ ਨੇ 3 ਕਾਨੂੰਨ ਵਾਪਸ ਲਏ। ਸੋ ਇਸ ਲਈ ਜੇਕਰ ਇਹਨਾਂ ਨੂੰ ਅਜੇ ਤੱਕ ਸਮਝ ਨਹੀਂ ਆਈ, ਫਿਰ ਕਿਹੜੇ ਮੂੰਹ ਨਾਲ ਸਰਕਾਰਾਂ ਨੂੰ ਕਹਿੰਦੇ ਨੇ ਕਿ ਇਸ ਲਈ ਜਥੇਬੰਦੀਆਂ ਦੀ ਗੱਲ ਦਾ ਅਸਰ ਤਾਂ ਹੋਏਗਾ ਜੇਕਰ ਉਹ ਮੁੜ ਕੇ ਇਕੱਠੇ ਹੋਣ। ਤੁਸੀਂ ਰਹਿਣਾ ਆਪਣੇ ਵੱਖਰੇ ਵੱਖਰੇ ਧੜੇ ਰੱਖੋ, ਵੱਖਰੇ ਵੱਖਰੇ ਗਰੁੱਪ ਰੱਖੋ, ਫੰਡ ਇਕੱਠਾ ਕਰਨਾ ਅੱਡੋ ਅੱਡ ਕਰੋ, ਪਰ ਜਦੋਂ ਮੁੱਦਾ ਆਵੇ ਉਹਦੇ ਤੇ ਇਕੱਠੇ ਹੋ ਕੇ ਬੈਠੋ ਤਾਂ ਉਹਦੇ ਪਰ ਸਰਕਾਰ ਤੇ ਵੀ ਅਸਰ ਹੁੰਦਾ, ਪ੍ਰਸ਼ਾਸਨ ਤੇ ਵੀ ਅਸਰ ਹੁੰਦਾ, ਸਿਸਟਮ ਤੇ ਵੀ ਅਸਰ ਹੁੰਦਾ। ਤੇ ਪਿੰਡਾਂ 'ਚੋਂ ਜਿਹੜੇ ਲੋਕਾਂ ਨੇ ਤੁਹਾਡੇ ਨਾਲ ਧਰਨੇ ਤੇ ਆਉਣਾ, ਉਹਨਾਂ ਨੂੰ ਵੀ ਕੋਈ ਦੁਵਿਧਾ ਨਹੀਂ ਹੁੰਦੀ। ਪਰ ਨਹੀਂ ਤਾਂ ਇਹ ਡਰ ਰਹਿੰਦਾ ਕਿ ਉਹਦੇ ਨਾਲ ਜਾਵਾਂਗੇ ਦੂਆ ਗੁੱਸੇ ਹੋ ਜੂ, ਦੂਈ ਜਥੇਬੰਦੀ ਨਾਲ ਜਾਵਾਂਗੇ ਤੀਜੀ ਜਥੇਬੰਦੀ ਨਾਰਾਜ਼ ਹੋ ਜੂ। ਇਸ ਲਈ ਲੋਕ ਕਹਿੰਦੇ ਫਿਰ ਆਪਾਂ ਜਾਂਦੇ ਹੀ ਨਹੀਂ। ਸੋ ਇਸ ਲਈ ਜਥੇਬੰਦੀਆਂ ਪਹਿਲਾਂ ਆਪਣੇ ਅੰਦਰ ਝਾਤ ਮਾਰ ਕੇ ਮੁੜ ਕੇ ਇਕਜੁੱਟਤਾ ਦਿਖਾਉਣ, ਇਕੱਠਤਾ ਦਿਖਾਉਣ, ਉਹਦਾ ਪ੍ਰਗਟਾਵਾ ਕਰਨ, ਫਿਰ ਸਰਕਾਰਾਂ ਨੂੰ ਸਵਾਲ ਕਰਨ। ਸਰਕਾਰਾਂ ਦਾ ਬਹਾਨੇ ਭਾਲਦੀਆਂ ਕਿ ਤੁਸੀਂ ਅੱਡੋ ਅੱਡ ਹੋਏ ਰਹੋ, ਸਾਡਾ ਫਾਇਦਾ।
ਸੋ ਇਸ ਲਈ ਜਿਵੇਂ ਇਹ ਕਹਿੰਦੇ ਆ ਕਿ ਕੇਂਦਰ ਦੇ ਖਿਲਾਫ ਸਰਕਾਰਾਂ ਤੇ ਰਾਜਨੀਤਿਕ ਪਾਰਟੀਆਂ ਡਟਣ, ਉਵੇਂ ਇਹ ਵੀ ਇਕੱਠੇ ਹੋ ਕੇ ਡਟਣ, ਫਿਰ ਸਰਕਾਰਾਂ ਸੁਣਨਗੀਆਂ। ਵੈਸੇ ਸਰਕਾਰਾਂ ਦੇ ਕੰਨ ਨਹੀਂ ਹੁੰਦੇ। ਬਿਲਕੁਲ ਬਿਲਕੁਲ ਦੀਪਕ ਜੀ, ਕਿਸਾਨਾਂ ਦੀ, ਆਮ ਲੋਕਾਂ ਦੀ ਤੁਸੀਂ ਗੱਲਬਾਤ ਕਰ ਰਹੇ ਹੋ, ਸਰਕਾਰ ਦੀ ਗੱਲਬਾਤ ਕਰ ਰਹੇ ਹੋ, ਤੇ ਪੰਜਾਬ ਦੇ ਲੋਕਾਂ ਦਾ ਇਹ ਵੀ ਰੋਸ ਹੈ ਕਿ ਪੰਜਾਬ ਦੇ ਕੰਮ ਅਜੇ ਕਾਫੀ ਅਧੂਰੇ ਪਏ ਨੇ, ਜਿਹੜੇ ਮੁੱਦੇ ਨੇ ਕਾਫੀ ਅਧੂਰੇ ਪਏ ਨੇ। ਪਰ ਜਿਹੜੀ ਮਾਨ ਸਰਕਾਰ ਆ ਉਹ ਸੈਰਾਂ ਤੇ ਨਿਕਲੀ ਹੋਈ ਹੈ। ਕਦੇ ਤਾਂ ਮਾਨ ਸਰਕਾਰ ਜਲੰਧਰ ਦੇ ਵਿੱਚ ਰੋਡ ਸ਼ੋਅ ਕਰਦੀ ਹੈ, ਕਦੇ ਕਰਨਾਟਕਾ ਦੇ ਵਿੱਚ ਤੇ ਕਦੇ ਦਿੱਲੀ ਦੇ ਵਿੱਚ, ਕਿ ਸਰਕਾਰ ਸੈਰਾਂ ਤੇ ਆ, ਲੋਕਾਂ ਦੇ ਮੁੱਦਿਆਂ ਤੋਂ ਧਿਆਨ ਹਟਿਆ ਹੋਇਆ। ਕਿਵੇਂ ਵੇਖਦੇ? ਬਿਲਕੁਲ ਜੀ, ਇਹ ਗੱਲ ਦਰੁਸਤ ਹੈ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਤਲਬ ਕੀਤਾ ਗਿਆ, ਪੁੱਛਗਿੱਛ ਕੀਤੀ ਗਈ, ਤੇ ਉਸ ਦਿਨ ਅਸੀਂ ਸਾਰੀ ਪੰਜਾਬ ਸਰਕਾਰ ਫੁੱਟਪਾਥ ਤੇ ਦਿੱਲੀ ਦੇ ਤੇ ਬੈਠੀ ਦੇਖੀ। ਬਿਲਕੁਲ, ਬੇਸ਼ੱਕ ਫੋਨ ਚਲਾਈ ਜਾਂਦੇ ਸੀ, ਜੇ ਕੋਈ ਨਾਲ ਦਾ ਤਾੜੀਆਂ ਮਾਰਦਾ ਤਾਂ ਵਿੱਚ ਨੂੰ ਤਾੜੀ ਤੂੜੀ ਮਾਰ ਲਈ, ਪਰ ਸਰਕਾਰ ਸਾਰੀ ਧਰਨੇ ਤੇ ਬੈਠੀ। ਕਹਿੰਦੇ ਜੀ ਡਾਂਗ ਵੀ ਭਰਾਈ, ਸਾਨੂੰ ਤੰਗ ਵੀ ਕੀਤਾ ਜੀ। ਜੇਕਰ ਸਰਕਾਰ ਦਿੱਲੀ ਗਈ, ਹੁਣ ਇਹ ਚਰਚਾ ਚੱਲੀ ਜਾਂਦੀ ਹੈ ਕਿ ਭਾਈ ਮਾੜਾ ਜਿਹਾ ਪਤਾ ਹੀ ਕਰਾ ਲਓ ਕਿ ਦਿੱਲੀ ਇਹ ਫਿਰ ਪਾਰਟੀ ਦੇ ਖਰਚੇ ਤੇ ਗਏ ਸੀ ਕਿ ਸਰਕਾਰੀ ਖਰਚੇ ਤੇ ਗਏ ਸੀ। ਇਹ ਵੀ ਚਰਚਾ ਪੰਜਾਬ ਚੱਲੀ ਜਾਂਦੀ ਹੈ ਕਿ ਮਾੜਾ ਚੈੱਕ ਕਰੋ ਕਿ ਗੱਡੀਆਂ 'ਚ ਤੇਲ ਕਿਹਨੇ ਪਵਾਇਆ। ਠੀਕ ਹੈ ਨਾ, ਕਿ ਪਾਰਟੀ ਦੇ ਖਰਚੇ ਤੇ ਸੀ ਕਿ ਪੰਜਾਬ ਦੇ ਖਜ਼ਾਨੇ ਵਾਲੇ ਖਰਚੇ ਤੇ ਸੀ। ਜਿਹਦੇ ਖਰਚੇ ਦੇ ਉੱਤੇ 45 ਲੱਖ ਹੈਲੀਕਾਪਟਰ ਤੇ ਖਰਚਿਆ ਜਾ ਸਕਦਾ ਹੈ। ਸਰਕਾਰ ਦੀ ਸਹੁੰ ਚੁੱਕਣ ਤੋਂ ਪਹਿਲਾਂ ਬੱਸਾਂ ਦੇ, ਪੰਜਾਬ ਰੋਡ ਦੀਆਂ ਬੱਸਾਂ ਭਾੜੇ ਤੇ ਸਰਕਾਰ ਲੈ ਸਕਦੀ ਹੈ। ਢੋਲਾਂ ਦੇ ਪੈਸੇ, ਬਾਜਿਆਂ ਦੇ ਪੈਸੇ, ਹਾਰਾਂ ਦੇ ਪੈਸੇ, 3 ਘੰਟਿਆਂ ਦੇ ਕਮਰਿਆਂ ਦੇ ਪੈਸੇ, ਰੋਟੀਆਂ ਦੇ ਡੱਬਿਆਂ ਦੇ ਪੈਸੇ, ਹੈ ਨਾ, ਉਹ ਸਾਰਾ ਕੁਝ ਲਿਆ ਜਾ ਸਕਦਾ ਹੈ। ਕਰੋੜਾਂ ਰੁਪਈਆ ਖਰਚ ਕੇ ਮਤਲਬ ਖਟਖੜ ਕਲਾਂ 'ਚ ਸਮਾਗਮ ਕੀਤਾ ਜਾ ਸਕਦਾ। ਉਹ ਤੋਂ ਇਹ ਵੀ ਆਸ ਕੀਤੀ ਜਾ ਸਕਦੀ ਹੈ ਕਿ ਗਏ ਕੇਜਰੀਵਾਲ ਦੇ ਹੱਕ 'ਚ ਸੀ, ਪਾਰਟੀ ਲੀਡਰ ਦੇ, ਪਰ ਗਏ ਹੋਣਗੇ ਸਰਕਾਰ ਦੇ ਖਰਚੇ ਦੇ। ਕਹਿੰਦੇ ਇਹ ਵੀ ਹਿਸਾਬ ਕਿਤਾਬ ਪੁੱਛ ਲਓ। ਚਲੋ, ਇਹ ਵੱਖਰਾ ਸਵਾਲ ਰਿਹਾ। ਪਰ ਜਿਹੜੀ ਗੱਲ ਤੁਸੀਂ ਕੀ ਬਿਲਕੁਲ ਦਰੁਸਤ ਹੈ ਕਿ ਪੰਜਾਬ ਦੇ ਵਿੱਚ ਇਸ ਮੌਕੇ ਚਾਹੇ ਆ ਕਣਕ ਵਾਲਾ ਮਸਲਾ, ਚਾਹੇ ਖਰੀਦ ਦਾ ਮਸਲਾ, ਚਾਹੇ ਕਟੌਤੀ ਦਾ ਮਸਲਾ, ਚਾਹੇ ਬਿਜਲੀ ਦੀ ਕਮੀ ਦਾ ਮਸਲਾ, ਚਾਹੇ ਬਿਜਲੀ ਦੇ ਕੱਟ ਲੱਗਣ ਦਾ ਮਸਲਾ, ਚਾਹੇ ਇਸ ਨੂੰ ਲੈ ਕੇ ਆਉਣ ਵਾਲੇ ਸਮੇਂ 'ਚ ਦਿੱਕਤਾਂ ਦਾ ਮਸਲਾ, ਚਾਹੇ ਅਮਨ ਕਾਨੂੰਨ ਦੀ ਸਥਿਤੀ ਦਾ ਮਸਲਾ, ਬਿਸ਼ਨੋਈ ਨੂੰ ਉੱਥੇ ਲੈ ਗਏ ਜੀ, ਪੰਜਾਬ 'ਚ ਕਾਂਡ ਵਾਪਰ ਗਿਆ ਜੀ, ਪੰਜਾਬ 'ਚ ਹਾਲਤ ਹੈ ਜੀ, ਉਹ ਸਾਰੇ ਮਸਲੇ ਹੋਣ, ਚਾਹੇ ਪੰਜਾਬ ਦੇ ਵਿੱਚ ਮਤਲਬ ਕਿ ਅੱਜ ਧਰਨੇ, ਮੁਜ਼ਾਹਰੇ, ਪ੍ਰਦਰਸ਼ਨ, ਧਿਰਾਂ ਦੇ, ਬੇਰੁਜ਼ਗਾਰਾਂ ਦੇ ਉਹ ਮਾਮਲੇ ਹੋਣ, ਤੇ ਚਾਹੇ ਪੰਜਾਬ ਦੇ ਸਮੁੱਚੇ ਰੂਟੀਨ 'ਚ ਜਿਹੜੇ ਕੰਮ ਸਰਕਾਰਾਂ ਨੇ ਕਰਨੇ ਆ, ਜੇ ਦਫ਼ਤਰ ਬੈਠਣਗੇ ਤਾਂ ਫਾਈਲਾਂ ਚੈੱਕ ਕਰਨਗੇ ਤਾਂ ਕੰਮ ਹੋਣੇ, ਉਹ ਸਾਰਾ ਕੁਝ ਪ੍ਰਭਾਵਿਤ ਨਹੀਂ ਹੁੰਦਾ। ਤੁਸੀਂ ਅੱਜ ਦਿੱਲੀ ਫੁੱਟਪਾਥ ਤੇ ਬੈਠੇ ਹੋ, ਦੂਏ ਦਿਨ ਤੁਹਾਨੂੰ ਫਿਕਰ ਹੈਗੀ ਰਿੰਕੂ ਦੀ ਕਿ ਅਸੀਂ ਆਪਣੇ ਉਮੀਦਵਾਰ ਦੇ ਕਾਗਜ਼ ਭਰਾਉਣੇ ਆ, ਤੀਏ ਦਿਨ ਤੁਸੀਂ ਕਰਨਾਟਕਾ ਜਾਂਦੇ ਹੋ। ਮਤਲਬ ਮੁੱਖ ਮੰਤਰੀ ਦਾ ਇਹ ਕੰਮ ਹੈ ਕਿ ਕਰਨਾਟਕਾ 'ਚ ਜੇ ਪਾਰਟੀ ਚੋਣ ਲੜੀ, ਉਹ ਇਕੱਲੇ ਦੇ ਕਾਗਜ਼ ਦਾਖਲ ਕਰਾਵੇ ਤੇ ਹਰੇਕ ਦੀ ਜੀਪ 'ਚ ਚੜ੍ਹ ਜਾਵੇ, ਹਰੇਕ ਦੇ ਟੈਂਪੂ ਤੇ ਚੜ੍ਹ ਜਾਵੇ। ਮਤਲਬ ਇਹਦੇ ਨਾਲ ਫਿਰ ਲੋਕਾਂ 'ਚ ਸਵਾਲ ਪੈਦਾ ਹੁੰਦਾ ਕਿ ਆਹ ਕੀ ਕੰਮ। ਜੇ ਪਹਿਲੇ ਵੀ ਇਹੀ ਕੁਝ ਕਰਦੇ ਸੀ ਤਾਂ ਉਹ ਨਲਾਇਕਪਣਾ ਸੀ ਤੇ ਤੁਸੀਂ ਉਹਨਾਂ ਦੇ ਰਾਹ ਤੇ ਤੁਰੋਗੇ। ਮਤਲਬ ਕਈ ਵਾਰ ਇਹ ਕਹਿ ਕੇ ਪਹਿਲਾਂ ਵੀ ਤਾਂ ਇਹ ਹੁੰਦਾ ਸੀ, ਤੇ ਜੇ ਪਹਿਲਾਂ ਵੀ ਇਹ ਹੁੰਦਾ ਸੀ ਫਿਰ ਪਹਿਲੇ ਹੀ ਸੀਗੇ, ਫਿਰ ਉਹ ਤਾਂ ਇਸ ਲਈ ਲੋਕਾਂ ਨੇ ਬਦਲ ਕੇ ਤੁਹਾਨੂੰ ਲਿਆਂਦਾ ਕਿ ਘਟੋਰ ਤੁਸੀਂ ਇਹੋ ਜਿਹੇ ਨਹੀਂ ਹੋਗੇ। ਹੁਣ ਕਾਫਲੇ ਨੂੰ ਲੈ ਕੇ ਰੋਜ਼ ਵੀਡੀਓ ਆ ਜਾਂਦੀ ਹੈ, ਕਿਆ ਦੇਖੋ ਜੀ, ਜਿਹੜੇ ਕਹਿੰਦੇ ਸੀ ਕਿ ਗੱਡੀਆਂ ਟੂੰ ਕਰਦੀਆਂ ਨਹੀਂ ਜਾਣਗੀਆਂ, ਦੇਖੋ ਐਂਬੂਲੈਂਸ ਵੀ ਹੈਗੀ ਜੀ, ਅੱਗ ਬੁਝਾਊ ਜੰਤਰ ਵਾਲੀ ਗੱਡੀ ਵੀ ਹੈਗੀ ਜੀ, ਆ 40 ਸਿਕਿਉਰਿਟੀ ਵਾਲੀਆਂ ਗੱਡੀਆਂ ਵੀ ਹੈਗੀ ਜੀ, ਉਹ ਕਾਫਲਾ ਵੀ ਉਵੇਂ ਹੀ ਹੈ। ਸੋ ਇਸ ਲਈ ਕੀ ਸਰਕਾਰ ਸੈਰਾਂ ਤੇ ਹੈ? ਇਹ ਸਵਾਲ ਬਿਲਕੁਲ ਦਰੁਸਤ ਹੈ ਕਿ ਅੱਜ ਤੁਸੀਂ ਦਿੱਲੀ ਦੇ ਫੁੱਟਪਾਥ ਤੇ ਨਜ਼ਰ ਆਉਂਦੇ ਹੋ, ਦੂਏ ਦਿਨ ਤੁਸੀਂ ਜਲੰਧਰ ਦੇ ਟੈਂਪੂ ਤੇ ਚੜ੍ਹੇ ਨਜ਼ਰ ਆਉਂਦੇ ਹੋ, ਤੀਏ ਦਿਨ ਕਰਨਾਟਕਾ 'ਚ ਕਾਗਜ਼ ਭਰਦੇ ਆ, ਉੱਥੇ ਦੀਆਂ ਬੱਸਾਂ ਦੇ ਕਾਰਾਂ ਦੇ ਉੱਪਰ ਚੜ੍ਹੇ ਨਜ਼ਰ ਆਉਂਦੇ ਹੋ, ਤੇ ਸਰਕਾਰ ਸੈਰਾਂ ਤੇ ਆ ਤੇ ਪੰਜਾਬ ਲਵਾਰਸ ਹੈ। ਵੈਸੇ ਵੀ ਕਿਸੇ ਸਮੇਂ ਕੈਪਟਨ ਦੇ ਟਾਈਮ ਚੱਲਦਾ ਸੀ ਕਿ ਉਹ ਫਾਰਮ ਹਾਊਸ ਤੋਂ ਚਲਾਈ ਜਾਂਦੇ ਨੇ, ਬਾਦਲਾਂ ਦੇ ਟਾਈਮ ਚੱਲਦਾ ਸੀ ਕਿ ਉਹ ਸੈਕਟਰੀਏਟ ਨਹੀਂ ਜਾਂਦੇ, ਤੇ ਹੁਣ ਮਾਨ ਦੇ ਟਾਈਮ ਵੀ ਉਹੀ ਹਾਲ ਹੈ। ਮਾਨ ਸਾਹਿਬ ਵੀ ਸੈਕਟਰੀਏਟ ਕਰ ਜਾਂਦੇ ਨੇ, ਦੱਸ ਦਿਓ ਮੈਨੂੰ, ਜਦੋਂ ਕੈਬਨਿਟ ਦੀ ਬੈਠਕ ਹੋਵੇ ਤਦ ਭਾਵੇਂ ਜਾਂਦੇ, ਹੁਣ ਘਰੋਂ ਹੀ ਸਰਕਾਰ ਚੱਲਦੀ ਹੈ। ਇਹ ਫੱਕਰੀ ਗੱਲ ਹੈ, ਕਿਸੇ ਦੀ ਸਸਮਾ ਫਾਰਮ ਤੋਂ ਚੱਲਦੀ ਸੀ, ਕਿਸੇ ਦੀ ਸਰਕਾਰੀ ਕੋਠੀ 'ਚੋਂ ਚਲੀ ਜਾਂਦੀ ਹੈ, ਸਰਕਾਰ ਤਾਂ ਘਰਾਂ 'ਚੋਂ ਹੀ ਚੱਲ ਰਹੀ ਹੈ ਨਾ। ਫਿਰ ਇਹ ਸਵਾਲ ਹੈ ਕਿ ਜਦੋਂ ਸੈਕਟਰੀਏਟ ਤੱਕ ਨਹੀਂ ਜਾਓਗੇ ਤਾਂ ਅਧਿਕਾਰੀਆਂ ਨੂੰ ਕਿਹੜੇ ਮੂੰਹ ਨਾਲ ਕਹਿੰਦੇ ਹੋ ਦਫ਼ਤਰ ਟਾਈਮ ਸਿਰ ਆ ਜਾਓ। ਸੋ ਇਹ ਬਹੁਤ ਸਵਾਲ ਖੜੇ ਨੇ। ਇਸ ਮਸਲੇ 'ਤੇ ਸਰਕਾਰ ਨੂੰ ਗੌਰ ਕਰਨ ਦੀ ਲੋੜ ਹੈ ਕਿ ਘੱਟੋ ਘੱਟ ਤੁਹਾਡੇ ਤੋਂ ਲੋਕਾਂ ਨੇ ਵੱਖਰੀ ਤਰ੍ਹਾਂ ਦੀ ਉਮੀਦਾਂ ਕੀਤੀਆਂ ਸੀ, ਤੁਹਾਡੇ ਤੋਂ ਵੱਖਰੇ ਤਰ੍ਹਾਂ ਦੇ ਮਤਲਬ ਵਰਤਾਰੇ ਦੀ, ਕੰਮਕਾਰ ਦੇ ਤਰੀਕੇ ਦੀ ਉਮੀਦ ਕੀਤੀ ਸੀ। ਜੇਕਰ ਉਸ ਅਨੁਸਾਰ ਨਹੀਂ ਚੱਲੋਗੇ ਤਾਂ ਫਿਰ ਸਵਾਲ ਤਾਂ ਹੋਣਗੇ ਕਿ ਕੀ ਸਰਕਾਰ ਸੈਰਾਂ ਤੇ ਹੈ। ਬਿਲਕੁਲ ਬਿਲਕੁਲ। ਤਾਂ ਦੀਪਕ ਜੀ, ਬਿਲਕਿਸ ਬਾਨੋ ਦੇ ਮਾਮਲੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਮੁੜ ਤੋਂ ਗਰਮਾ ਗਿਆ। ਜੋ ਪਟੀਸ਼ਨ ਪਾਈ ਗਈ ਸੀ ਉਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਦੋਸ਼ੀ ਨੇ ਗੁਜਰਾਤ ਸਰਕਾਰ ਨੇ ਉਹ ਸਮੇਂ ਤੋਂ ਪਹਿਲਾਂ ਹੀ ਰਿਹਾ ਕਰਤੇ, ਤੇ ਸੁਪਰੀਮ ਕੋਰਟ ਦਾ ਫੈਸਲਾ ਆਉਂਦਾ ਜਿਸ ਤੋਂ ਬਾਅਦ ਉਹ ਗੁਜਰਾਤ ਸਰਕਾਰ ਤੇ ਕੇਂਦਰ ਨੂੰ ਤਲਬ ਕਰਦੇ ਨੇ। ਸੁਪਰੀਮ ਕੋਰਟ ਕਹਿੰਦਾ ਕਿ ਅੱਜ ਬਿਲਕਿਸ ਬਾਨੋ ਦੇ ਨਾਲ ਹੋਇਆ ਤੇ ਕੱਲ ਨੂੰ ਕਿਸੇ ਹੋਰ ਨਾਲ ਵੀ ਹੋ ਸਕਦਾ ਹੈ। ਜਤਿੰਦਰ ਜੀ, ਇਹ 2002 ਦਾ ਮਾਮਲਾ ਹੈ ਜੀ, ਗੁਜਰਾਤ ਦੰਗੇ, ਗੋਧਰਾ ਕਾਂਡ ਜੀ। ਗੋਧਰਾ ਕਾਂਡ ਤੋਂ ਬਾਅਦ ਬਿਲਕਿਸ ਬਾਨੋ ਦੇ ਨਾਲ ਬਲਾਤਕਾਰ ਹੁੰਦਾ। ਉਹ 21 ਸਾਲਾਂ ਦੀ ਬੱਚੀ, ਗਰਭਵਤੀ ਬੱਚੀ, ਤੇ ਉਹਦੇ ਨਾਲ ਗੈਂਗ ਰੇਪ ਹੁੰਦਾ ਜੀ। ਤੇ ਉਸ ਘਰ ਦੇ ਵਿੱਚ ਉਹਦੀ ਮਾਂ ਤੋਂ ਇਲਾਵਾ 3 ਹੋਰ ਔਰਤਾਂ ਨਾਲ ਗੈਂਗ ਰੇਪ ਹੁੰਦਾ, ਬਾਨੋ ਨਾਲ ਵੀ, ਉਹਦੀ ਮਾਂ ਨਾਲ ਵੀ, 3 ਹੋਰ ਔਰਤਾਂ ਨਾਲ ਵੀ। ਤੇ ਉਸ ਪਰਿਵਾਰ ਦੇ ਵਿੱਚ 17 ਜੀ ਸੀ। 17 ਜੀਆਂ ਦੇ ਵਿੱਚੋਂ 7 ਦਾ ਕਤਲ ਹੋ ਜਾਂਦਾ ਤੇ 6 ਅੱਜ ਤੱਕ ਨਹੀਂ ਲੱਭੇ। 2002 ਤੋਂ ਲੈ ਕੇ 2023 ਆ ਗਿਆ, 6 ਦਾ ਅਜੇ ਤੱਕ ਨਹੀਂ ਪਤਾ। ਕਹਿੰਦੇ ਬਚਿਆ ਕੌਣ? ਬਾਨੋ ਬਚ ਗਈ ਜੀ।
ਇੱਕ 3 ਸਾਲ ਦਾ ਜਵਾਕ ਬਚ ਗਿਆ ਜੀ, ਇੱਕ ਪਤਾ ਨਹੀਂ 2 ਜੀ ਹੋਰ ਜੀ, ਉਹ ਨਾ 17 ਚੋਂ। ਤੇ ਉਸ ਤੋਂ ਬਾਅਦ ਸਰਕਾਰ ਕੀ ਕਹਿੰਦੀ ਹੈ, 15 ਅਗਸਤ 2022 ਨੂੰ ਜੀ ਅਸੀਂ ਆ ਕੈਦੀ ਰਿਹਾ ਕਰ ਰਹੇ ਹਾਂ। ਉਹਦੇ ਵਿੱਚ ਬਾਨੋ ਦੇ ਗੈਂਗ ਰੇਪ 'ਚ, ਕਤਲ ਮਾਮਲੇ 'ਚ 11 ਜਿਹੜੇ ਦੋਸ਼ੀ ਸੀ ਗੈਂਗ ਰੇਪ ਵਾਲੇ ਮਾਮਲਿਆਂ 'ਚ, ਉਹ 11 ਨੂੰ ਵੀ ਰਿਹਾ ਕਰਤਾ। ਮਤਲਬ ਕਿਹੜਾ ਉਹਨਾਂ ਨੇ ਦੇਸ਼ ਭਗਤੀ ਦਾ ਕਾਰਜ ਕੀਤਾ ਸੀ, ਕਿਹੜੇ ਤਗਮੇ ਜਿੱਤੇ ਸੀ, ਬਿਲਕੁਲ, ਕਿਹੜੇ ਸਮਾਜਿਕ ਹੱਕਾਂ ਲਈ ਉਹ ਅੰਦਰ ਗਏ ਸੀ, ਕਿਹੜੇ ਆਧਾਰ ਤੇ ਰਿਹਾਈ ਹੋਈ, ਬਿਲਕੁਲ ਇਸ ਦਾ ਜਵਾਬ। ਸੋ ਜਦੋਂ ਇਹ 11 ਬੰਦਿਆਂ ਨੂੰ ਰਿਹਾ ਕੀਤਾ ਗਿਆ 15 ਅਗਸਤ ਨੂੰ, ਉਹ ਤੋਂ ਬਾਅਦ ਬਾਨੋ ਦੀ ਹਿੰਮਤ ਨੂੰ ਸਲਾਮ ਕੋਨੇ ਬੇਸ਼ੱਕ ਨਵੰਬਰ 'ਚ ਆ ਕੇ 2022 ਦੇ ਨਵੰਬਰ 'ਚ ਆ ਕੇ ਦੁਬਾਰਾ ਪਟੀਸ਼ਨ ਦਾਖਲ ਕੀਤੀ। ਕਿਹਾ ਕੀ ਜੀ, ਤੋ ਮਤਲਬ ਜਿਹੜੇ ਬੰਦੇ ਨਾਲ ਇੰਨਾ ਕੁਝ ਵਾਪਰ ਗਿਆ ਹੋਵੇ, ਘਰਾਂ ਦੇ ਜੀ ਚਲੇ ਗਏ ਹੋਣ, ਹੈ ਨਾ, ਉਹਦੇ ਉਸ ਦੌਰ ਦੇ ਵਿੱਚ ਉਹਨਾਂ ਗੈਂਗ ਰੇਪ ਹੋਇਆ ਹੋਵੇ, ਤਾਂ ਵੀ ਉਹਦੀ ਹਿੰਮਤ ਹੈ ਕਿ ਉਹ ਫਿਰ ਆ ਕੇ ਅਦਾਲਤ ਦਾ ਬੂਹਾ ਖੜਕਾਉਂਦੀ ਆ। ਤੇ ਉਸ ਆਧਾਰ ਦੇ ਉੱਤੇ ਮਤਲਬ ਸੁਪਰੀਮ ਕੋਰਟ ਨੇ ਇਹ ਬਹੁਤ ਸ਼ਲਾਘਾਯੋਗ ਕਦਮ ਪੁੱਟਿਆ ਕਿ ਉਹਨੇ ਗੁਜਰਾਤ ਸਰਕਾਰ ਨੂੰ ਵੀ ਤੇ ਉਹਨੇ ਕੇਂਦਰ ਸਰਕਾਰ ਨੂੰ ਵੀ 1 ਮਈ ਤੱਕ ਜਵਾਬ ਤਲਬ ਕਰਨ ਲਈ ਕਿਹਾ ਕਿ ਜਵਾਬ ਦਿਓ, ਆਪਣਾ ਜਵਾਬ ਦਰਜ ਕਰਾਓ, ਕਿਸ ਆਧਾਰ ਤੇ ਛੱਡੇ, ਕਿਹੜਾ ਤੱਥ ਸੀ, ਕੀ ਕਾਰਨ ਸੀ, ਤੁਹਾਨੂੰ ਕਿਉਂ ਲੱਗਿਆ ਕਿ ਉਹਨਾਂ ਦੀ ਰਿਹਾਈ ਮਤਲਬ ਕਾੜੀ ਰਿਹਾਈ ਹੈ, ਇਹੋ ਜਿਹੇ ਕਾਰਜ ਕਰਨ ਲਈ ਰਿਹਾਈ ਦਿੱਤੀ ਉਹਨਾਂ ਨੂੰ ਦੁਬਾਰਾ। ਸੋ ਇਸ ਲਈ ਸਵਾਲ ਤਾਂ ਹੋਣਾ ਹੀ ਸੀ। 2 ਮਈ ਨੂੰ ਇਸ ਮਸਲੇ ਤੇ ਪੂਰਨ ਫੈਸਲਾ ਆ ਸਕਦਾ ਹੈ। ਸੋ 1 ਮਈ ਤੱਕ ਗੁਜਰਾਤ ਸਰਕਾਰ ਨੂੰ ਵੀ ਕੇਂਦਰ ਸਰਕਾਰ ਨੂੰ ਕਿਹਾ ਗਿਆ ਕਿ ਤੁਸੀਂ ਕਾਰਨ ਦੱਸੋ ਕਿ ਤੁਸੀਂ ਇਸ ਮਸਲੇ ਤੇ ਕਿਸ ਆਧਾਰ ਤੇ ਰਿਹਾਈ ਕੀਤੀ ਹੈ। ਤੇ ਤਾਂ ਹੀ 2 ਜੱਜਾਂ ਦੇ ਵਿੱਚ ਮਾਨਯੋਗ ਜੱਜ ਸਾਹਿਬਾਨ ਨੇ ਟਿੱਪਣੀ ਕੀਤੀ ਕਿ ਘੱਟੋ ਘੱਟ ਰਿਹਾ ਕਰਨ ਲੱਗੇ ਤਾਂ ਯਾਦ ਕਰਦੇ ਕਿ ਜਿਹੜਾ ਅੱਜ ਬਿਲਕਿਸ ਬਾਨੋ ਨਾਲ ਹੋਇਆ, ਕੱਲ੍ਹ ਨੂੰ ਤੁਹਾਡੇ ਸਾਡੇ ਪਰਿਵਾਰ ਨਾਲ, ਤੁਹਾਡੇ ਸਾਡੇ ਨਾਲ ਵੀ ਹੋ ਸਕਦਾ, ਫਿਰ ਵੀ ਐਂ ਕਰੋਗੇ। ਸੋ ਇਸ ਲਈ ਇਹ ਵੱਡਾ ਸਵਾਲ, ਸਮਾਜ ਨੂੰ ਸ਼ੀਸ਼ਾ ਦਿਖਾਉਣਾ, ਸਰਕਾਰਾਂ ਨੂੰ ਸਵਾਲ ਕਰਨਾ, ਇਹ ਸੁਪਰੀਮ ਕੋਰਟ ਦਾ ਅਜਿਹਾ ਰੁਖ ਮੈਨੂੰ ਲੱਗਦਾ ਕਿੰਨੀਆਂ ਹੋਰ ਧਿਰਾਂ ਲਈ ਵੀ ਆਧਾਰ ਬਣੇਗਾ, ਕਿੰਨੇ ਹੋਰ ਮਾਮਲਿਆਂ 'ਚ ਵੀ ਆਧਾਰ ਬਣੇਗਾ। ਜਿਹੜੇ ਸੋਚਦੇ ਹੋਣੇ ਕਿ ਜੇ ਉਹ ਛੱਡਤੇ ਆਪਾਂ ਇਹਨਾਂ ਨੂੰ ਵੀ ਛੱਡ ਦਾਂਗੇ, ਆਪਾਂ ਇਹਨਾਂ ਨੂੰ ਵੀ ਛਡਾ ਲਾਂਗੇ। ਸੋ ਉਸ ਚੀਜ਼ ਦੇ ਉੱਤੇ ਠੱਲ ਪੈਣ ਦੀ ਆਸ ਵੱਜੀ ਹੈ। ਇਹ ਇੱਕ ਸ਼ਲਾਘਾਯੋਗ ਕਦਮ ਹੈ ਤੇ ਦੇਖਦੇ ਹਾਂ ਇਹਦੇ ਉੱਤੇ ਹੁਣ ਸਰਕਾਰ ਆਪਣੀ ਲੀਪਾ ਪੋਚੀ ਲਈ ਕਿਹੜੇ ਤੱਥ ਪੇਸ਼ ਕਰਦੀ ਹੈ। ਬਿਲਕੁਲ ਬਿਲਕੁਲ। ਤਾਂ ਦੀਪ ਜੀ ਰਹਿੰਦੇ 2 ਮਿੰਟਾਂ ਦੇ ਵਿੱਚ ਇੱਕ ਹੋਰ ਖਬਰ ਤੇ ਚਰਚਾ ਕਰ ਲੈਂਦੇ ਹਾਂ। ਅਮਰੀਕਾ ਦੇ ਵਿੱਚ 42 ਹਥਿਆਰ ਬਰਾਮਦ ਕੀਤੇ ਗਏ ਨੇ ਕੈਲੀਫੋਰਨੀਆ ਦੀ ਪੁਲਿਸ ਦੇ ਵੱਲੋਂ, ਤੇ 42 ਹਥਿਆਰਾਂ ਦੇ ਵਿੱਚ ਜ਼ਿਆਦਾਤਰ ਹਥਿਆਰ AK-47 ਦੱਸੇ ਜਾ ਰਹੇ ਨੇ ਤੇ ਉੱਥੇ ਹੀ 17 ਪੰਜਾਬੀ ਗੈਂਗਸਟਰ ਵੀ ਗ੍ਰਿਫਤਾਰ ਕੀਤੇ ਨੇ। ਹਾਂ, ਬੜੀ ਮਤਲਬ ਅਜੀਬ ਤਰ੍ਹਾਂ ਦੀ ਫਿਕਰਮੰਦੀ ਵਾਲੀ ਖਬਰ ਹੈ ਜੀ ਕਿ ਅਮਰੀਕਾ 'ਚ ਮਤਲਬ ਗੋਲੀकांड 11 ਗੋਲੀकांड ਮਾਮਲੇ ਹੋਏ ਨੇ। ਕਹਿੰਦੇ ਉਹਨਾਂ 'ਚੋਂ ਗੁਰੂ ਘਰਾਂ 'ਚ ਵੀ ਗੋਲੀकांड ਮਾਮਲੇ ਸ਼ਾਮਲ ਨੇ, ਜਿਹੜੇ ਉੱਥੇ ਦੇ ਗੁਰਦੁਆਰਿਆਂ 'ਚ ਵੀ ਗੋਲੀकांड ਹੋਏ ਨੇ, ਉਹ ਵੀ 2-3 ਮਾਮਲੇ ਸ਼ਾਮਲ ਨੇ। ਇਹਨਾਂ 11 ਗੋਲੀकांड ਮਾਮਲਿਆਂ 'ਚ ਚਾਹੇ ਉਹ ਸੈਕਰਾਮੈਂਟੋ ਹੋਵੇ, ਚਾਹੇ ਸਕਾਟਨ ਹੋਵੇ, ਉਹ ਸਾਰੇ ਖੇਤਰ ਦੇ ਮਾਮਲਿਆਂ ਨੂੰ ਆਧਾਰ ਬਣਾ ਕੇ ਉੱਥੇ ਦੇ ਵੱਖ-ਵੱਖ ਗੈਂਗਸਟਰ ਨੇ ਤੇ ਉਹਦੇ ਵਿੱਚੋਂ ਜਿਹੜੇ 17 ਮੁੰਡੇ ਫੜੇ ਉਹ ਪੰਜਾਬੀ ਨੇ। ਤੇ ਇਹਨਾਂ 17 ਪੰਜਾਬੀ ਗੈਂਗਸਟਰਾਂ ਦੇ ਕੋਲੋਂ ਕਹਿੰਦੇ 42 ਤੋਂ ਵੱਧ ਹਥਿਆਰ ਬਰਾਮਦ ਹੋਏ ਨੇ, ਗੋਲੀ ਸਿੱਖਾ ਜੇ ਉਹ 'ਚ ਨਵੇਂ ਤਕਨੋਲੋਜੀ ਵਾਲੇ ਰਿਵਾਲਵਰ ਵੀ ਨੇ, AK-47 ਵਰਗੀਆਂ ਮਤਲਬ ਉਹ ਵੱਡੀਆਂ ਮਸ਼ੀਨ ਗੰਨਾਂ ਵੀ ਨੇ। ਸੋ ਸਾਰਾ ਬਰਾਮਦ ਹੋਇਆ ਤੇ ਇਹਨਾਂ ਦੀ ਗ੍ਰਿਫਤਾਰੀ ਪਾ ਲਈ ਗਈ ਹੈ। ਤੇ ਇਹ ਵੀ ਹੈ ਕਿ ਇਹਦੇ ਨਾਲ ਅਸਰ ਉੱਥੇ ਸਮੁੱਚੇ ਪੰਜਾਬੀਆਂ ਤੇ ਪੈਂਦਾ। ਉੱਥੇ ਚਾਹੇ ਉਹ ਸਿੱਖ ਭਾਈਚਾਰਾ ਹੈ, ਚਾਹੇ ਉਹ ਹੋਰ ਵਰਗ ਤੋਂ ਸਾਡੇ ਪੰਜਾਬ ਦੇ ਭਾਈਚਾਰੇ ਗਏ ਹੋਏ ਨੇ। ਸੋ ਜਦੋਂ ਇਹ ਆਉਂਦਾ ਕਿ 17 ਪੰਜਾਬੀ ਫੜ ਲਏ ਹੈ ਨਾ, ਪੰਜਾਬੀ ਗੈਂਗਸਟਰ, ਤਾਂ ਉਹਦੇ ਨਾਲ ਸਮੁੱਚਾ ਪੰਜਾਬੀ ਭਾਈਚਾਰਾ ਫਿਰ ਸਵਾਲਾਂ ਦੇ ਘੇਰੇ 'ਚ ਆਉਂਦਾ। ਇਸ ਲਈ ਇਹ ਸਾਰੇ ਹੁਣ ਅਸੀਂ ਦੇਖ ਰਹੇ ਹਾਂ ਕੈਨੇਡਾ ਦੇ ਵਿੱਚ ਯੂਨੀਵਰਸਿਟੀਆਂ ਠੱਗੀ ਵਾਲਾ ਮਾਮਲਾ, ਅਸੀਂ ਦੇਖ ਰਹੇ ਹਾਂ ਆਸਟ੍ਰੇਲੀਆ ਦੇ ਯੂਨੀਵਰਸਿਟੀਆਂ 'ਚ ਬੈਨ ਲੱਗ ਗਿਆ ਕਿ ਨਹੀਂ ਲੈਣੇ ਇਹ ਵਿਦਿਆਰਥੀ ਇੱਥੇ ਵਾਲੇ ਕਿ ਨਕਲੀ ਦਸਤਾਵੇਜ਼ ਤਿਆਰ ਕਰਕੇ ਜਾਂਦੇ ਨੇ। ਅਮਰੀਕਾ 'ਚ ਜਿਹੇ ਕਾਂਡ ਕਦੇ ਨਸ਼ੇ ਵਾਲੇ ਮਾਮਲੇ 'ਚ, ਕਦੇ ਕਤਲ ਵਾਲੇ ਮਾਮਲੇ 'ਚ, ਕਦੇ ਕੁੱਟਮਾਰ ਵਾਲੇ ਮਾਮਲੇ 'ਚ, ਕਦੇ ਹੁਣ ਇਹ ਸਾਰਾ ਕੁਝ ਪੰਜਾਬ ਦੇ, ਪੰਜਾਬੀਆਂ ਦੇ, ਭਾਰਤੀਆਂ ਦੇ ਉਹਦੇ ਅਕਸ ਨੂੰ ਢਾਹ ਲਾਉਂਦਾ ਹੈ, ਜਿਹਦਾ ਅਸਰ ਫਿਰ ਸਾਡੇ ਆਉਣ ਵਾਲੀ ਨਵੀਂ ਪੀੜ੍ਹੀ ਤੇ ਵੀ, ਜਾਂ ਉੱਥੇ ਜਿਹੜੇ ਸਥਾਪਿਤ ਲੋਕ ਕਾਰੋਬਾਰ ਕਰ ਰਹੇ ਨੇ ਸ਼ਾਂਤੀ ਨਾਲ, ਉਹਨਾਂ ਤੇ ਵੀ ਪੈਂਦਾ। ਇਸ ਲਈ ਅਜਿਹੇ ਚੀਜ਼ਾਂ ਤੋਂ ਬਚਾਅ ਕਰਨਾ ਚਾਹੀਦਾ। ਉੱਥੇ ਮਾਪਿਆਂ ਦੀ ਜ਼ਿੰਮੇਵਾਰੀ, ਪਰਿਵਾਰਾਂ ਦੀ ਜ਼ਿੰਮੇਵਾਰੀ, ਆਪਣੇ ਬੱਚਿਆਂ ਤੇ ਨਜ਼ਰਸਾਨੀ ਰੱਖਣਾ ਬਹੁਤ ਜ਼ਰੂਰੀ ਹੈ। ਸੋ 17 ਨੌਜਵਾਨ ਪੰਜਾਬੀ ਗੈਂਗਸਟਰ ਦੇ ਨਾਂ ਦੇ ਉੱਤੇ ਅਮਰੀਕਾ 'ਚ ਫੜੇ ਗਏ ਤੇ ਹਥਿਆਰ ਬਰਾਮਦ ਹੋਣ ਦੇ ਦਾਅਵੇ ਨਾਲ ਫੜੇ ਗਏ। ਸੋ ਇੱਕ ਫਿਕਰਮੰਦੀ ਵਾਲੀ ਖਬਰ। ਬਿਲਕੁਲ ਬਿਲਕੁਲ। ਤਾਂ ਧੰਨਵਾਦ ਦੀਪਕ ਸ਼ਰਮਾ ਚਨਾਰਥ ਜੀ ਨਾਲ ਖਬਰਾਂ ਤੇ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ। ਸੋ ਅੱਜ ਦੇ ਡਿਸਕਸ਼ਨ ਪੁਆਇੰਟ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਕੱਲ੍ਹ ਮੁੜ ਹਾਜ਼ਰ ਹੋਵਾਂਗੇ ਵੱਡੀਆਂ ਖਬਰਾਂ ਤੇ ਚਰਚਾ ਕਰਨ ਦੇ ਲਈ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਤੁਸੀਂ ਵੇਖਦੇ ਰਹੋ ਗਲੋਬਲ ਪੰਜਾਬ TV। ਸਤਿ ਸ਼੍ਰੀ ਅਕਾਲ।